ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਾਡਰਨ ਇੰਡੀਅਨ ਹਿਸਟਰੀ ਦੀ ਲੈਕਚਰ ਸੀਰੀਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਨਸਟੀਟਿਊਸ਼ਨਲ ਰਿਫਾਰਮਸ। ਜੇ ਆਪਾਂ ਗੱਲ ਕਰੀਏ ਲਾਸਟ ਲੈਕਚਰ ਦੀ ਤਾਂ ਆਪਾਂ 1857 ਦੇ ਰਿਵੋਲਟ ਤੱਕ ਦਾ ਸਾਰਾ ਪੜ੍ਹ ਚੁੱਕੇ ਹਾਂ। ਆਪਾਂ ਸਾਰਾ ਸਟਾਰਟਿੰਗ ਤੋਂ ਹੀ ਕਰ ਚੁੱਕੇ ਹਾਂ ਕਿ ਕਿਵੇਂ ਕੁਝ ਯੂਰੋਪੀਅਨ ਸ਼ਕਤੀਆਂ ਜਿਹੜੀਆਂ ਨੇ ਇੰਡੀਆ ਸਿਰਫ ਟ੍ਰੇਡ ਕਰਨ ਲਈ ਆਣਗੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਪਾਵਰ ਹੋਏਗੀ ਬ੍ਰਿਟੇਨ, ਜਿਹੜੀ ਬਾਕੀ ਪਾਵਰਸ ਨੂੰ ਪਹਿਲਾਂ ਡਿਫੀਟ ਕਰੇਗੀ ਤੇ ਹੌਲੀ ਹੌਲੀ ਕਰਕੇ ਸਾਰੇ ਇੰਡੀਆ ਦੇ ਉੱਪਰ ਕੀ ਕਰਨਗੇ, ਕਬਜ਼ਾ ਕਰਨਗੇ। ਤਾਂ ਉਹਨਾਂ ਦੀ ਹੀ ਕੁਝ ਪਾਲਿਸੀਜ਼ ਦੀ ਵਜ੍ਹਾ ਤੋਂ ਆਪਾਂ ਦੇਖਾਂਗੇ ਕਿ ਰਿਵੋਲਟ ਆਫ 1857 ਵੀ ਹੋਏਗਾ। ਅੱਜ ਆਪਾਂ ਡਿਸਕਸ ਕਰਾਂਗੇ ਕਨਸਟੀਟਿਊਸ਼ਨਲ ਰਿਫਾਰਮਸ। ਹੁਣ ਇਹ ਕਨਸਟੀਟਿਊਸ਼ਨਲ ਰਿਫਾਰਮਸ ਕੀ ਸੀ, ਇਹ ਸਾਰਾ ਆਪਾਂ ਡਿਸਕਸ ਕਰਨ ਤੋਂ ਪਹਿਲਾਂ ਇੱਕ ਚੀਜ਼ ਪਹਿਲਾਂ ਯਾਦ ਕਰਦੇ ਹਾਂ, ਉਹ ਹੈ ਟ੍ਰਾਂਸਫਰ ਆਫ ਪਾਵਰ। ਆਪਾਂ ਨੂੰ ਇੱਕ ਚੀਜ਼ ਸਭ ਤੋਂ ਪਹਿਲਾਂ ਹੀ ਕਲੀਅਰ ਹੋ ਜਾਣੀ ਚਾਹੀਦੀ ਹੈ ਅੱਜ ਦੇ ਲੈਕਚਰ ਤੋਂ ਪਹਿਲਾਂ, ਟ੍ਰਾਂਸਫਰ ਆਫ ਪਾਵਰ ਚੱਲ ਕੀ ਰਿਹਾ। ਦੇਖੋ ਜੀ, ਜੇ ਆਪਾਂ ਗੱਲ ਕਰੀਏ ਈਸਟ ਇੰਡੀਆ ਕੰਪਨੀ ਜਿਹੜੀ ਹੈ 1600 ਦੇ ਵਿੱਚ ਰਾਇਲ ਚਾਰਟਰ ਇੱਕ ਸਾਈਨ ਕਰਵਾਏਗੀ ਤੇ ਜਿਹਦੇ ਵਿੱਚ ਉਹਨਾਂ ਕੋਲ ਐਕਸਕਲੂਸਿਵ ਟ੍ਰੇਡਿੰਗ ਰਾਈਟਸ ਹੋਣਗੇ ਕਿ ਉਹਨਾਂ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਈਸਟ ਇੰਡੀਆ ਕੰਪਨੀ ਹੋਰ ਕੁਝ ਨਹੀਂ, ਕੁਝ ਪ੍ਰਾਈਵੇਟ ਮਰਚੈਂਟਸ ਜਿਹੜੇ ਸੀਗੇ, ਕੁਝ ਪ੍ਰਾਈਵੇਟ ਜਿਹੜੇ ਵਪਾਰੀ ਸੀ, ਉਹਨਾਂ ਨੇ ਮਿਲ ਕੇ ਇੱਕ ਕੰਪਨੀ ਬਣਾਈ ਜਿਨ੍ਹਾਂ ਨੇ ਇੰਡੀਆ ਦੇ ਨਾਲ ਕੀ ਕਰਨਾ ਸੀ, ਟ੍ਰੇਡ ਕਰਨਾ ਸੀ। ਉਹਨਾਂ ਨੇ ਉੱਥੋਂ ਦੀ ਕੁਈਨ ਤੋਂ ਅਲੱਗ ਤੋਂ ਇੱਕ ਚਾਰਟਰ ਸਾਈਨ ਕਰਵਾ ਲਿਆ, ਰਾਇਲ ਚਾਰਟਰ 1600 ਦੇ ਵਿੱਚ, ਜਿਹਦੇ ਵਿੱਚ ਲਿਖਵਾਇਆ ਗਿਆ ਕਿ ਅੱਜ ਤੋਂ ਬਾਅਦ ਸਾਡੇ ਤੋਂ ਇਲਾਵਾ ਕੋਈ ਹੋਰ ਕੰਪਨੀ ਜਿਹੜੀ ਹੈ ਇੰਡੀਆ ਤੇ ਜਿਹੜੀ ਈਸਟ ਵਾਲੀ ਸਾਈਡ ਟ੍ਰੇਡ ਨਹੀਂ ਕਰੇਗੀ। ਆਪਾਂ ਗੱਲ ਕਰਨੀ ਹੈ 1857 ਦੇ ਰਿਵੋਲਟ ਦੀ। ਹੁਣ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹ ਤਾਂ ਜੇ ਗੱਲ ਕਰੀਏ ਕਰਾਊਨ ਦੀ ਜਾਂ ਬ੍ਰਿਟੇਨ ਦੀ ਗੱਲ ਕਰੀਏ, ਉਹਨਾਂ ਲਈ ਤਾਂ ਇੱਕ ਸੋਨੇ ਦੀ ਮੁਰਗੀ ਸੀ ਜੋ ਕੀ ਹੈ ਬਹੁਤ ਜ਼ਿਆਦਾ ਪੈਸਾ ਜਿਹੜਾ ਹੈ ਇੰਡੀਆ ਤੋਂ ਲੁੱਟ ਕੇ ਲੰਡਨ ਲੈ ਕੇ ਆਏਗੀ। ਪਰ ਜੇ ਇਹ ਸੋਨੇ ਦੀ ਮੁਰਗੀ ਹੀ ਤੁਹਾਨੂੰ ਸੋਨੇ ਦੇ ਅੰਡੇ ਦੇ ਬਜਾਏ ਕੀ ਹੋਵੇ, ਉਹਨੂੰ ਹੀ ਬਦਲੇ ਦੇ ਵਿੱਚ ਲੋਨ ਦੇਣੇ ਪੈ ਜਾਣ, ਉਹਨੂੰ ਹੀ ਪੈਸੇ ਦੇਣੇ ਪੈ ਜਾਣ, ਫਿਰ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ੇ ਬਣੇਗਾ। ਇਹੀ ਚੀਜ਼ ਆਪਾਂ ਅੱਜ ਦੇਖਾਂਗੇ ਕਿ ਕਿੱਦਾਂ ਜਿਹੜੀ ਹੈ ਪਾਵਰ ਟ੍ਰਾਂਸਫਰ ਹੋਏਗੀ। ਸ਼ੁਰੂ ਦੇ ਵਿੱਚ ਜਿਹੜੀ ਪਾਵਰ ਹੋਏਗੀ ਕਿਹਦੇ ਕੋਲ ਹੋਏਗੀ, ਈਸਟ ਇੰਡੀਆ ਕੰਪਨੀ ਦੇ ਕੋਲ ਹੋਏਗੀ। ਈਸਟ ਇੰਡੀਆ ਕੰਪਨੀ ਤੋਂ ਇਹ ਜਿਹੜੀ ਪਾਵਰ ਹੈ ਇਹ ਸਲੋਲੀ ਹੌਲੀ ਕਰਕੇ ਕਰਾਊਨ ਜਿਹੜਾ ਹੈ ਸਾਰਾ ਆਪਣੇ ਕੋਲ ਪਾਵਰ ਲਿਆਏਗਾ। ਜੇ ਗੱਲ ਕਰੀਏ ਬ੍ਰਿਟੇਨ ਦਾ ਪਾਰਲੀਮੈਂਟ ਹੈ, ਸਾਰੀ ਪਾਵਰ ਉਹਦੇ ਹੱਥ ਚਲੀ ਜਾਏਗੀ। ਤੇ ਉਸ ਤੋਂ ਬਾਅਦ ਦੇਖਾਂਗੇ ਆਪਾਂ ਕਿ ਬ੍ਰਿਟੇਨ ਦੇ ਪਾਰਲੀਮੈਂਟ ਤੋਂ ਬਾਅਦ ਸਲੋਲੀ ਜਿਹੜੀ ਪਾਵਰ ਹੈ ਆਪਾਂ ਇੰਡੀਅਨਸ ਤੱਕ ਆਏਗੀ। ਤਾਂ ਐਂਡ ਦੇ ਵਿੱਚ 1947 ਜਦੋਂ ਸਾਨੂੰ ਆਜ਼ਾਦੀ ਮਿਲੇਗੀ ਉਦੋਂ ਸਾਰੀ ਪਾਵਰ ਸਾਡੇ ਹੱਥ 'ਚ ਆ ਜਾਏਗੀ। ਹੁਣ ਆਪਾਂ ਜਿਹੜਾ ਮਾਡਰਨ ਹਿਸਟਰੀ ਦਾ ਫੇਜ਼ ਆਪਾਂ ਅੱਜ ਤੱਕ ਪੜ੍ਹਿਆ ਹੈ, ਤਾਂ ਆਪਾਂ ਦੇਖੋ ਜੀ ਆਹ ਵਾਲਾ ਫੇਜ਼ ਪੜ੍ਹਿਆ ਟ੍ਰਾਂਸਫਰ ਆਫ ਪਾਵਰ ਦਾ, ਜਿੱਥੇ ਆਪਾਂ ਈਸਟ ਇੰਡੀਆ ਕੰਪਨੀ ਤੋਂ ਜਿਹੜੀ ਪਾਵਰ ਹੈ ਉਹ ਕਰਾਊਨ ਤੱਕ ਜਾਏਗੀ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਇਹ ਟ੍ਰਾਂਸਫਰ ਆਫ ਪਾਵਰ ਹੋਏਗਾ ਕਿਉਂ, ਟ੍ਰਾਂਸਫਰ ਆਫ ਪਾਵਰ ਹੋਣਾ ਕਿਉਂ ਚਾਹੀਦਾ ਹੈ, ਕਿਉਂ ਈਸਟ ਇੰਡੀਆ ਕੰਪਨੀ ਜੋ ਹੈ ਕਿਉਂ ਚੰਗਾ ਨਹੀਂ ਸੀ ਕਰ ਪਾ ਰਹੀ, ਕਿਤੇ ਕੁਝ ਗਲਤੀਆਂ ਹੋ ਰਹੀਆਂ ਸੀ ਈਸਟ ਇੰਡੀਆ ਕੰਪਨੀ ਤੋਂ, ਜਿਸ ਨੂੰ ਦੇਖਦੇ ਹੋਏ ਜਿਹੜਾ ਕਰਾਊਨ ਹੈ, ਜਿਹੜਾ ਆਪਾਂ ਗੱਲ ਕਰੀਏ ਬ੍ਰਿਟੇਨ ਦਾ ਪਾਰਲੀਮੈਂਟ ਹੈ, ਉਹ ਸਾਰੀ ਦੀ ਸਾਰੀ ਤਾਕਤ ਜਿਹੜੀ ਆਪਣੇ ਵੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰੇਗਾ। ਬਿਲਕੁਲ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਈਸਟ ਇੰਡੀਆ ਕੰਪਨੀ ਦੇ ਕੋਲ ਕੀ ਸੀਗੇ, ਇਹਨਾਂ ਕੋਲ ਸੀਗੇ ਦਸਤਕ। ਇਹ ਉਹੀ ਦਸਤਕ ਸੀਗੇ ਜਿਨ੍ਹਾਂ ਦਾ ਮਿਸਯੂਜ਼ ਕਰਕੇ ਜਿਨ੍ਹਾਂ ਦੇ ਮਿਸਯੂਜ਼ ਦੀ ਵਜ੍ਹਾ ਤੋਂ ਇਹ ਲੜਾਈ ਕਰਨਗੇ ਪਲਾਸੀ, ਜਿਨ੍ਹਾਂ ਦੀ ਮਿਸਯੂਜ਼ ਦੀ ਵਜ੍ਹਾ ਤੋਂ ਮੀਰ ਕਾਸਿਮ ਨਾਲ ਬਕਸਰ 'ਚ ਵੀ ਲੜਨਗੇ। ਮਤਲਬ ਕਿ ਜਿਹੜੇ ਇਹ ਵਪਾਰੀ ਸੀ ਇਹ ਕੀ ਕਰਦੇ ਸੀ, ਇੰਡੀਆ ਦੇ ਵਿੱਚ ਸਿਰਫ ਲੁੱਟਣ ਹੀ ਆਏ ਸੀ, ਪੈਸੇ ਕਮਾਉਣ ਹੀ ਆਏ ਸੀ। ਹੁਣ ਜੇ ਗੱਲ ਕਰੀਏ ਈਸਟ ਇੰਡੀਆ ਕੰਪਨੀ, ਇੱਕ ਤਾਂ ਹੈਗੀ ਹੈ ਕੰਪਨੀ। ਈਸਟ ਇੰਡੀਆ ਕੰਪਨੀ ਦੇ ਵਿੱਚ ਕੁਝ ਲੋਕ ਕੀ ਕਰਨਗੇ, ਕੰਮ ਵੀ ਕਰਨਗੇ। ਹੁਣ ਕੋਈ ਇੰਗਲੈਂਡ ਤੋਂ ਇੰਡੀਆ ਪੁਰਾਣੇ ਜ਼ਮਾਨੇ ਦੇ ਵਿੱਚ ਕੰਮ ਕਰਨ ਆ ਰਿਹਾ ਸੀ, ਤਾਂ ਤੁਹਾਨੂੰ ਕੀ ਲੱਗਦਾ ਕਿ ਉਹਨੂੰ ਸੈਲਰੀ ਵੱਧ ਮਿਲਣੀ ਚਾਹੀਦੀ ਸੀ ਜਾਂ ਘੱਟ ਮਿਲਣੀ ਚਾਹੀਦੀ ਸੀ? ਓਬਵੀਅਸ ਜੀ ਗੱਲ ਹੈ, ਉਹਨੂੰ ਸੈਲਰੀ ਵੱਧ ਦੋਗੇ ਤਾਂ ਹੀ ਕੋਈ ਲੰਡਨ ਛੱਡ ਕੇ ਇੰਡੀਆ ਦੇ ਵਿੱਚ ਆ ਕੇ ਕੰਮ ਕਰੇਗਾ। ਪਰ ਇੱਥੇ ਸੇਮ ਚੀਜ਼ ਆਪਾਂ ਦੇਖਦੇ ਸੀ, ਜਿਹੜੀ ਈਸਟ ਇੰਡੀਆ ਕੰਪਨੀ ਹੈ ਇਹਦੇ ਜਿਹੜੇ ਇੰਪਲੋਏ ਸੀ ਤਾਂ ਉਹਨਾਂ ਦੀ ਸੈਲਰੀ ਜਿਹੜੀ ਸੀ ਉਹ ਕਾਫੀ ਜ਼ਿਆਦਾ ਕੀ ਸੀ, ਲੋ ਸੈਲਰੀ ਸੀ। ਘੱਟ ਪੈਸੇ ਦੇ ਉੱਪਰ ਈਸਟ ਇੰਡੀਆ ਕੰਪਨੀ ਦੇ ਬ੍ਰਿਟੇਨ ਤੋਂ ਅਫਸਰ ਜਿਹੜੇ ਨੇ ਕੰਮ ਕਰ ਰਹੇ ਨੇ। ਹੁਣ ਸੋਚਣ ਵਾਲੀ ਇਹ ਗੱਲ ਹੈ ਕਿ ਉਹ ਕੰਮ ਕਿਉਂ ਕਰ ਰਹੇ ਨੇ, ਉਹਨਾਂ ਨੂੰ ਸੈਲਰੀ ਘੱਟ ਮਿਲ ਰਹੀ ਹੈ ਪਰ ਤਾਂ ਵੀ ਉਹ ਇੰਡੀਆ ਦੇ ਵਿੱਚ ਕੰਮ ਕਰ ਰਹੇ ਨੇ ਈਸਟ ਇੰਡੀਆ ਕੰਪਨੀ ਦੇ ਅੰਡਰ। ਕਿਉਂ? ਕਿਉਂਕਿ ਈਸਟ ਇੰਡੀਆ ਕੰਪਨੀ ਨੇ ਉਹਨਾਂ ਨੂੰ ਇੱਕ ਚੀਜ਼ ਅਲਾਉ ਕੀਤੀ ਸੀ, ਕਹਿੰਦੇ ਕਿ ਤੁਸੀਂ ਜੇ ਸਾਡੇ ਨਾਲ ਕੰਮ ਕਰਨਾ ਸੈਲਰੀ ਘੱਟ ਦੇਵਾਂਗੇ, ਪਰ ਇੱਕ ਚੀਜ਼ ਧਿਆਨ ਰੱਖਿਓ ਕਿ ਤੁਸੀਂ ਜਿਹੜਾ ਹੈ ਪ੍ਰਾਈਵੇਟ ਟ੍ਰੇਡ ਵੀ ਕਰ ਸਕਦੇ ਹੋ। ਤੁਸੀਂ ਕੀ ਕਰ ਸਕਦੇ ਹੋ, ਪ੍ਰਾਈਵੇਟ ਟ੍ਰੇਡ ਵੀ ਕਰ ਸਕਦੇ ਹੋ। ਇਹੀ ਚੀਜ਼ ਦਾ ਫਾਇਦਾ ਕੌਣ ਚੱਕਣਗੇ, ਈਸਟ ਇੰਡੀਆ ਕੰਪਨੀ ਦੇ ਜੇ ਆਪਾਂ ਕਹੀਏ ਮੁਲਾਜ਼ਮ ਜਿਹੜੇ ਹੋਣਗੇ ਉਹ ਚੱਕਣਗੇ। ਉਹਨਾਂ ਨੇ ਕੀ ਕਰਨਾ ਹੈ, ਈਸਟ ਇੰਡੀਆ ਕੰਪਨੀ ਦਾ ਟ੍ਰੇਡ ਹੋ ਰਿਹਾ ਹੈ ਨਹੀਂ ਹੋ ਰਿਹਾ, ਉਸ ਦੇ ਉੱਪਰ ਜ਼ਿਆਦਾ ਧਿਆਨ ਹੀ ਨਹੀਂ ਦੇਣਾ। ਕਾਫੀ ਜ਼ਿਆਦਾ ਆਪਾਂ ਜੇ ਗੱਲ ਕਰੀਏ ਈਸਟ ਇੰਡੀਆ ਕੰਪਨੀ ਦੇ ਵਿੱਚ ਕਰਪਸ਼ਨ ਸ਼ੁਰੂ ਹੋ ਜਾਏਗੀ, ਜਿਹੜੇ ਇਹਨਾਂ ਦੇ ਇੰਪਲੋਈਜ਼ ਨੇ ਕਾਫੀ ਜ਼ਿਆਦਾ ਕਰਪਟ ਹੋਣਗੇ। ਈਸਟ ਇੰਡੀਆ ਕੰਪਨੀ ਜਿਹੜੀ ਹੈ ਨੁਕਸਾਨ 'ਚ ਜਾਣਾ ਸ਼ੁਰੂ ਹੋ ਜਾਏਗੀ, ਪਰ ਜਿਹੜੇ ਇੰਪਲੋਈ ਨੇ ਉਹ ਹੋ ਜਾਣਗੇ ਅਮੀਰ। ਹੁਣ ਸੋਚੋ ਇੱਕ ਵਾਰ ਤੁਸੀਂ ਬ੍ਰਿਟੇਨ ਦੇ ਹਿਸਾਬ ਨਾਲ ਬ੍ਰਿਟੇਨ ਦੀ ਹਕੂਮਤ ਬਣ ਕੇ ਸੋਚੋ, ਤੁਸੀਂ ਈਸਟ ਇੰਡੀਆ ਕੰਪਨੀ ਇੱਕ ਕੰਪਨੀ ਨੂੰ ਇੰਡੀਆ ਨਾਲ ਟ੍ਰੇਡ ਕਰਨ ਲਈ ਭੇਜਿਆ ਤੇ ਉਹ ਕੰਪਨੀ ਜਿਹੜੀ ਆ ਉਹ ਕਰਜ਼ਾਈ ਹੋਗੀ,
पर ਉਹਦੇ ਜਿੰਨੇ ਵੀ ਆਪਾਂ ਗੱਲ ਕਰੀਏ ਮੁਲਾਜ਼ਮ ਨੇ ਉਹ ਸਾਰੇ ਜ਼ਿਆਦਾ ਤੋਂ ਜ਼ਿਆਦਾ ਅਮੀਰ ਹੋ ਗਏ। ਉਹਨਾਂ ਨੂੰ ਲੰਡਨ ਦੇ ਵਿੱਚ ਦੇਖ ਕੇ ਕੀ ਕਿਹਾ ਜਾਂਦਾ, ਇਹ ਤਾਂ ਜੀ ਨਵਾਬ ਆ ਗਏ, ਇੰਨਾ ਪੈਸਾ ਸੀ ਉਹਨਾਂ ਕੋਲ। ਕਿਉਂ ਹੋ ਰਿਹਾ? ਕਿਉਂਕਿ ਕਿਤੇ ਨਾ ਕਿਤੇ ਜਿਹੜੇ ਉਹਦੇ ਵਿੱਚ ਕੰਮ ਕਰਨ ਵਾਲੇ ਇੰਪਲੋਇਜ਼ ਨੇ ਉਹ ਕੀ ਕਰ ਰਹੇ ਨੇ, ਕਰਪਸ਼ਨ ਕਰ ਰਹੇ ਨੇ। ਉਹ ਕਰਪਸ਼ਨ ਕਰਕੇ ਆਪਣਾ ਫਾਇਦਾ ਦੇਖ ਰਹੇ ਨੇ, ਕੰਪਨੀ ਦਾ ਨੁਕਸਾਨ ਦੇਖ ਰਹੇ ਨੇ। ਤਾਂ ਕਿਤੇ ਨਾ ਕਿਤੇ ਜਿਹੜੀ ਬ੍ਰਿਟਿਸ਼ ਹੁਕੂਮਤ ਹੈ ਉਹਨੂੰ ਇਹ ਤਾਂ ਜ਼ਰੂਰ ਲੱਗੇਗਾ ਕਿ ਹੁਣ ਕੀ ਕਰਨ ਦੀ ਲੋੜ ਹੈ ਸਾਨੂੰ। ਹੁਣ ਜੇ ਗੱਲ ਕਰੀਏ ਤਾਂ ਈਸਟ ਇੰਡੀਆ ਕੰਪਨੀ ਨੂੰ ਕਿਤੇ ਨਾ ਕਿਤੇ ਰੈਗੂਲੇਟ ਕਰਨ ਦੀ ਲੋੜ ਹੈ, ਇਹਦਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਈਸਟ ਇੰਡੀਆ ਕੰਪਨੀ ਸੀ ਕਿ ਇੱਕ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਸੀ ਬ੍ਰਿਟੇਨ ਦੀ ਹਕੂਮਤ ਲਈ। ਤਾਂ ਇਹੀ ਚੀਜ਼ ਆਪਾਂ ਦੇਖਾਂਗੇ ਕਿ ਸਲੋਲੀ ਜਿਹੜੀ ਹੈ ਹੌਲੀ ਹੌਲੀ ਜਿਹੜਾ ਹਕੂਮਤ ਜਿਹੜੀ ਹੈ ਇੰਗਲੈਂਡ ਦੀ ਉਹ ਈਸਟ ਇੰਡੀਆ ਕੰਪਨੀ ਤੋਂ ਤਾਕਤ ਜਿਹੜੀ ਹੈ ਸਾਰੀ ਆਪਣੇ ਵੱਲ ਖਿੱਚਣੀ ਸ਼ੁਰੂ ਕਰ ਦੇਗੀ। ਤੇ ਐਂਡ ਦੇ ਵਿੱਚ ਇੱਕ ਇਹਨਾਂ ਨੂੰ ਕੀ ਚਾਹੀਦਾ ਹੁੰਦਾ ਹੈ, ਬ੍ਰਿਟੇਨ ਦੀ ਹਕੂਮਤ ਨੂੰ ਆਪਾਂ ਕਹਿ ਸਕਦੇ ਹਾਂ ਇੱਕ ਜ਼ਰੀਆ ਚਾਹੀਦਾ ਹੁੰਦਾ ਹੈ, ਇੱਕ ਵਜ੍ਹਾ ਚਾਹੀਦੀ ਹੁੰਦੀ ਹੈ ਕਿ ਜਿਹਦੇ ਨਾਲ ਈਸਟ ਇੰਡੀਆ ਕੰਪਨੀ ਤੋਂ ਸਾਰੀ ਦੀ ਸਾਰੀ ਤਾਕਤ ਆਪਣੇ ਕੋਲ ਲਿਆਉਣ। ਤਾਂ ਉਹ ਵਜ੍ਹਾ ਕੀ ਹੋਏਗੀ, 1857 ਦੀ ਕ੍ਰਾਂਤੀ, 1857 ਦਾ ਜਿਹੜਾ ਰਿਵੋਲਟ ਹੋਏਗਾ ਉਹੀ ਵਜ੍ਹਾ ਬਣੇਗੀ। ਤੇ ਉਸ ਤੋਂ ਬਾਅਦ ਜਿੰਨਾ ਵੀ ਕੰਟਰੋਲ ਹੈ, ਜਿੰਨੀ ਵੀ ਪਾਵਰ ਈਸਟ ਇੰਡੀਆ ਕੰਪਨੀ ਕੋਲ ਹੈ, ਉਹ ਸਾਰੀ ਕਿਹਨਾਂ ਕੋਲ ਚਲੀ ਜਾਏਗੀ, ਕਰਾਊਨ ਦੇ ਹੱਥ ਵਿੱਚ ਚਲੀ ਜਾਏਗੀ। ਤੇ ਕਰਾਊਨ ਤੋਂ ਹੀ ਫਿਰ ਆਪਾਂ ਜੇ ਗੱਲ ਕਰਾਂਗੇ ਬ੍ਰਿਟੇਨ ਦੀ ਹਕੂਮਤ ਤੋਂ ਹੀ ਇੰਡੀਅਨਸ ਜਿਹੜੇ ਨੇ ਅਲੱਗ-ਅਲੱਗ ਤਰੀਕੇ ਨਾਲ ਤਾਕਤ ਜਿਹੜੀ ਹੈ ਪਾਵਰ ਨੂੰ ਟ੍ਰਾਂਸਫਰ ਕਰਨਗੇ। ਕਲੀਅਰ? ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ। ਤਾਂ ਆਪਾਂ ਦੇਖਾਂਗੇ ਕਿ ਇੱਥੇ ਆਪਾਂ ਜੇ ਗੱਲ ਕਰੀਏ ਆਪਾਂ ਦੇਖਾਂਗੇ ਇੱਥੇ ਕੁਛ ਨਾ ਕੁਛ ਕਨਸਟੀਟਿਊਸ਼ਨਲ ਡਿਵੈਲਪਮੈਂਟਸ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੁਹਾਨੂੰ ਦਿਖੇਗਾ ਚਾਰਟਰ ਐਕਟ। ਚਾਰਟਰ ਐਕਟ ਤੁਹਾਨੂੰ ਦਿਖ ਗਿਆ ਜੀ ਇੱਥੇ 1793, ਤੁਹਾਨੂੰ ਚਾਰਟਰ ਐਕਟ ਦਿਖ ਜਾਏਗਾ ਇੱਥੇ 1813, ਚਾਰਟਰ ਐਕਟ ਦਿਖ ਜਾਏਗਾ 1833। ਐਵੇਂ ਇਹ ਸਾਰੇ ਜਿਹੜੇ ਚਾਰਟਰ ਐਕਟ ਨੇ ਥੋੜ੍ਹੇ ਧਿਆਨ ਨਾਲ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਵਿੱਚ ਕੀ ਹੈ, 20 ਸਾਲ ਦਾ ਫਾਸਲਾ ਤੁਹਾਨੂੰ ਸਾਰਿਆਂ ਦੇ ਵਿੱਚ ਦੇਖਣ ਨੂੰ ਮਿਲ ਜਾਏਗਾ। ਹੁਣ ਚੱਲ ਕੀ ਰਿਹਾ ਸੀ, ਚੱਲ ਇਹ ਰਿਹਾ ਸੀ ਈਸਟ ਇੰਡੀਆ ਕੰਪਨੀ ਨੂੰ ਹਰ 20 ਸਾਲ ਤੋਂ ਬਾਅਦ ਕੀ ਚਾਹੀਦਾ ਸੀ, ਇੱਕ ਚਾਰਟਰ ਐਕਟ, ਇੱਕ ਪਰਮਿਸ਼ਨ ਚਾਹੀਦੀ ਹੁੰਦੀ ਸੀ ਕਿਹਦੇ ਤੋਂ, ਬ੍ਰਿਟੇਨ ਦੀ ਹੁਕੂਮਤ ਤੋਂ, ਕਿ ਅਗਲੇ ਉਹ 20 ਸਾਲ ਲਈ ਕੀ ਕਰੇ, ਇੰਡੀਆ ਤੇ ਈਸਟ ਜਿਵੇਂ ਚਾਈਨਾ ਆ ਗਿਆ ਉਹਨਾਂ ਨਾਲ ਐਕਸਕਲੂਸਿਵ ਟ੍ਰੇਡ ਸਿਰਫ ਉਹੀ ਕਰ ਸਕਣ। ਠੀਕ ਹੈ ਜੀ। ਜੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾ ਐਕਟ ਆਪਾਂ ਦੇਖਾਂਗੇ ਰੈਗੂਲੇਟਿੰਗ ਐਕਟ ਆਫ 1773। ਹੁਣ ਨਾਮ ਤੋਂ ਹੀ ਤੁਹਾਨੂੰ ਕਲੀਅਰ ਹੋ ਜਾਣਾ ਰੈਗੂਲੇਟਿੰਗ ਐਕਟ। ਰੈਗੂਲੇਟਿੰਗ ਦਾ ਮਤਲਬ ਰੈਗੂਲੇਟ ਕਰਨਾ, ਮਤਲਬ ਪਹਿਲੀ ਵਾਰ ਜਦੋਂ ਇੰਗਲੈਂਡ ਦੀ ਹਕੂਮਤ ਨੇ, ਬ੍ਰਿਟੇਨ ਦੀ ਹਕੂਮਤ ਨੇ, ਲੰਡਨ ਦੀ ਹਕੂਮਤ ਨੇ ਈਸਟ ਇੰਡੀਆ ਕੰਪਨੀ ਨੂੰ ਰੈਗੂਲੇਟ ਕਰਨ ਬਾਰੇ ਸੋਚਿਆ ਤਾਂ ਉਹਨੂੰ ਆਪਾਂ ਕੀ ਕਵਾਂਗੇ, ਰੈਗੂਲੇਟਿੰਗ ਐਕਟ ਆਫ 1773। ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਰੈਗੂਲੇਟਿੰਗ ਐਕਟ ਆਫ 1773। ਜੇ ਆਪਾਂ ਗੱਲ ਕਰੀਏ ਕੀ ਵਜ੍ਹਾ ਸੀ ਵੀ ਇਹਨਾਂ ਨੂੰ ਰੈਗੂਲੇਟ ਕਰਨਾ ਪੈ ਗਿਆ ਸੀ, ਤਾਂ ਆਪਾਂ ਸਭ ਨੂੰ ਪਤਾ ਹੈ ਕਿ ਈਸਟ ਇੰਡੀਆ ਕੰਪਨੀ ਕਾਫੀ ਜ਼ਿਆਦਾ ਕੀ ਚੱਲ ਰਹੀ ਸੀ, ਕੰਪਨੀ ਦੇ ਵਿੱਚ ਬੈਡ ਗਵਰਨੈਂਸ ਚੱਲ ਰਹੀ ਸੀ। ਜਿਹੜੀ ਕੰਪਨੀ ਹੈ ਉਹ ਕੀ ਹੋਣ ਵਾਲੀ ਹੈ ਜੀ, ਉਹ ਹੋ ਗਈ ਹੈ ਬੈਂਕਰਪਟ ਹੋ ਗਈ ਹੈ। ਕੰਪਨੀ ਬੈਂਕਰਪਟ ਹੋ ਗਈ ਪਰ ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਇੰਪਲੋਏ ਸੀਗੇ ਉਹ ਹੋ ਗਏ ਅਮੀਰ। ਉਹਨਾਂ ਦੀਆਂ ਜਿਹੜੀ ਜਾਇਦਾਦਾਂ ਸੀਗੀਆਂ ਉਹ ਦੁੱਗਣੀਆਂ ਚੌਗਣੀਆਂ ਤਰੱਕੀ ਕਰ ਗਈਆਂ, ਪਰ ਜਿਹੜੀ ਕੰਪਨੀ ਸੀ ਉਹ ਡੁੱਬ ਗਈ। ਕਿਉਂ ਡੁੱਬੀ? ਕਿਉਂਕਿ ਇਹਨਾਂ 'ਚ ਚੱਲ ਰਹੀ ਸੀ ਕਰਪਸ਼ਨ, ਚੱਲ ਰਹੀ ਸੀ ਕੰਪਨੀ ਦੇ ਵਿੱਚ ਬੈਡ ਗਵਰਨੈਂਸ ਚੱਲ ਰਹੀ ਸੀ। ਤੇ ਇਸ ਦੀ ਵਜ੍ਹਾ ਤੋਂ ਆਪਾਂ ਦੇਖਾਂਗੇ ਰੈਗੂਲੇਟਿੰਗ ਐਕਟ ਆਏਗਾ ਆਪਣਾ 1773 ਦਾ। ਹੁਣ ਇਹਦੀ ਕੁਝ ਪ੍ਰੋਵੀਜ਼ਨਸ ਦੇਖਾਂਗੇ ਕਿ ਇੰਗਲੈਂਡ ਦੀ ਹੁਕੂਮਤ ਈਸਟ ਇੰਡੀਆ ਕੰਪਨੀ ਨੂੰ ਕਿਵੇਂ ਜੇ ਗੱਲ ਕਰੀਏ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰੇਗੀ। ਤਾਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਨੇ, ਇੰਡੀਆ ਦਾ ਇੱਕ ਮੈਪ ਬਣਾ ਲੈਣਾ। ਹੁਣ ਇੰਡੀਆ ਦਾ ਮੈਪ ਬਣਾਉਂਦੇ ਆਪਾਂ, ਈਅਰ ਚੱਲ ਰਿਹਾ ਆਪਣਾ 1773। ਜੇ 1773 ਦੀ ਜੇ ਗੱਲ ਕਰੀਏ ਤਾਂ ਤੁਹਾਡਾ ਇਹ ਟਾਈਮ ਪੀਰੀਅਡ ਜੇ ਗੱਲ ਕਰਾਂਗੇ ਤਾਂ ਵਾਰਨ ਹੇਸਟਿੰਗ ਦਾ ਚੱਲਦਾ ਹੈ। ਆਪਾਂ ਲਾਸਟ ਲੈਕਚਰ ਦੇ ਵਿੱਚ ਸਾਰੇ ਗਵਰਨਰ ਜਨਰਲ, ਗਵਰਨਰ ਆਫ ਬੰਗਾਲ ਤੋਂ ਲੈ ਕੇ ਗਵਰਨਰ ਜਨਰਲ ਆਫ ਇੰਡੀਆ ਤੱਕ 1857 ਦੇ ਸਾਰੇ ਡਿਸਕਸ ਕਰ ਚੁੱਕੇ ਹਾਂ। ਠੀਕ ਹੈ ਜੀ। ਜੇ ਗੱਲ ਕਰੀਏ ਇਸ ਟਾਈਮ 1773 ਵਾਰਨ ਹੇਸਟਿੰਗ ਕੀ ਨੇ, ਗਵਰਨਰ ਨੇ ਬੰਗਾਲ ਦੇ। ਹੁਣ ਸਿਰਫ ਬੰਗਾਲ ਦੇ ਹੀ ਗਵਰਨਰ ਨਹੀਂ ਸੀਗੇ, ਜੇ ਗੱਲ ਕਰੀਏ ਬੰਗਾਲ 'ਚ ਵੀ ਤੁਹਾਨੂੰ ਗਵਰਨਰ ਦੇਖਣ ਨੂੰ ਮਿਲ ਜਾਏਗਾ। ਤੁਹਾਨੂੰ ਇੱਕ ਗਵਰਨਰ ਮਿਲੇਗਾ ਇੱਥੇ ਮਦਰਾਸ ਦਾ, ਇੱਕ ਗਵਰਨਰ ਮਿਲੇਗਾ ਬੰਬੇ ਦਾ। ਹੁਣ ਇਹ ਤਿੰਨੋਂ ਹੀ ਗਵਰਨਰ, ਮਦਰਾਸ ਦਾ, ਬੰਬੇ ਦਾ, ਬੰਗਾਲ ਦਾ, ਇਹ ਤਿੰਨੋਂ ਕੀ ਨੇ, ਇੰਡੀਪੈਂਡੈਂਟ ਨੇ। ਇੱਕ ਦੂਜੇ ਨਾਲ ਜ਼ਿਆਦਾ, ਇੱਕ ਦੂਜੇ ਨੂੰ ਆਪਾਂ ਕਹਿ ਸਕਦੇ ਕਿ ਜ਼ਿਆਦਾ ਇਹ ਡਿਸਕਸ ਨਹੀਂ ਕਰਨਗੇ, ਇੱਕ ਦੂਜੇ ਨੂੰ ਜ਼ਿਆਦਾ ਇਨਫਲੂਐਂਸ ਨਹੀਂ ਕਰਨਗੇ, ਇੰਡੀਪੈਂਡੈਂਟ ਨੇ। ਬੰਗਾਲ ਦਾ ਗਵਰਨਰ ਜੋ ਕਰਨਾ ਚਾਹੁੰਦਾ ਆਪ ਕਰੇ, ਮਦਰਾਸ ਦਾ ਜੋ ਕਰਨਾ ਚਾਹੁੰਦਾ ਕਰੇ। ਜੇ ਗੱਲ ਕਰੀਏ ਦੂਜੇ ਪਾਸੇ ਬੰਬੇ ਦਾ, ਉਹ ਕਰੇ। ਮਦਰਾਸ ਵਾਲਾ ਜਿਹੜਾ ਮੈਸੂਰ ਨਾਲ ਲੜਾਈ ਲੈ ਲੇਗਾ, ਬੰਬੇ ਜਿਹੜਾ ਹੈਗਾ ਜੇ ਆਪਾਂ ਗੱਲ ਕਰੀਏ ਉਹ ਮਰਾਠਿਆਂ ਨਾਲ ਲੜਾਈ ਲੈਣੀ ਸ਼ੁਰੂ ਕਰੇਗਾ। ਕਿਉਂ ਕਰੇਗਾ? ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ ਜਿਹੜਾ ਬੰਗਾਲ ਦਾ ਗਵਰਨਰ ਹੈ ਉਹਨੇ ਬਕਸਰ ਤੋਂ ਬਾਅਦ ਬਹੁਤ ਜ਼ਿਆਦਾ ਏਰੀਆ ਜਿੱਤ ਲਿਆ, ਤੇ ਜਿਹੜਾ ਬੰਗਾਲ ਦਾ ਗਵਰਨਰ ਹੈ ਉਹਦੇ ਕੋਲ ਤਾਂ ਪੈਸੇ ਬਹੁਤ ਨੇ। ਦੇਖਾ ਦੇਖੀ ਜੇ ਕਹੀਏ ਵੀ ਜੈਲਸ ਦਾ ਫੈਕਟਰ ਆਏਗਾ, ਤੇ ਜਿਹੜੇ ਬੰਬੇ ਦੇ ਤੇ ਮਦਰਾਸ ਦੇ ਗਵਰਨਰ ਨੇ ਉਹ ਕੀ ਕਰਨਗੇ, ਉਹ ਵੀ ਲੜਾਈ ਲੈਣਾ ਸ਼ੁਰੂ ਕਰ ਦੇਣਗੇ ਇਸ ਟਾਈਮ ਤੇ। ਠੀਕ ਹੈ ਜੀ। ਆਪਾਂ ਵਾਪਿਸ ਆਉਂਦੇ ਹਾਂ ਐਕਟ ਦੇ ਉੱਪਰ। ਹੁਣ ਸਪੋਜ਼ ਕਰੋ ਕਿ ਤੁਸੀਂ ਕੀ ਹੋ, ਬ੍ਰਿਟੇਨ ਦੀ ਹਕੂਮਤ ਹੋ। ਹੁਣ ਤੁਹਾਨੂੰ ਇੱਕ ਬੰਦੇ ਨੂੰ ਰੈਗੂਲੇਟ ਕਰਨਾ ਈਜ਼ੀ ਹੈ, ਇੱਕ ਬੰਦੇ ਨੂੰ ਕੰਟਰੋਲ ਕਰਨਾ ਆਪਾਂ ਨੂੰ ਈਜ਼ੀ ਹੈ, ਜਾਂ ਤਿੰਨ ਬੰਦੇ ਕੰਟਰੋਲ ਕਰਨੇ ਈਜ਼ੀ ਨੇ? ਤਾਂ ਓਬਵੀਅਸ ਜੀ ਗੱਲ ਹੈ ਕਿ ਆਪਾਂ ਇੱਕ ਬੰਦੇ ਨੂੰ ਕੰਟਰੋਲ ਈਜ਼ੀਲੀ ਕਰਾਂਗੇ। ਇੱਕ ਬੰਦੇ ਨੂੰ ਦੱਸ ਦਿਓ, ਉਹ ਨੀਚੇ ਉਹਦੇ ਸਾਰੇ ਸੁਬਾਰਡੀਨੇਟ ਕਰ ਦਿਓ। ਸੇਮ ਚੀਜ਼ ਇੱਥੇ ਦੇਖਣ ਨੂੰ ਮਿਲੇਗੀ। ਗਵਰਨਰ ਜਿਹੜਾ ਹੋਏਗਾ ਬੰਗਾਲ ਦਾ ਉਹ ਕਾਫੀ ਜ਼ਿਆਦਾ ਅਮੀਰ ਹੋਏਗਾ, ਰਿਚ ਹੋਏਗੀ ਪ੍ਰੋਵਿੰਸ ਇਹ। ਠੀਕ ਹੈ ਜੀ। ਤਾਂ ਇੱਥੇ ਦੇਖਾਂਗੇ ਆਪਾਂ ਕਿ ਜਿਹੜਾ ਗਵਰਨਰ ਹੋਏਗਾ ਬੰਗਾਲ ਦਾ ਉਹਨੂੰ ਕੀ ਬਣਾ ਦਿੱਤਾ ਜਾਏਗਾ, ਉਹਨੂੰ ਬਣਾ ਦਿੱਤਾ ਜਾਏਗਾ ਗਵਰਨਰ ਜਨਰਲ ਆਫ ਬੰਗਾਲ।
ਜਿਹੜਾ ਗਵਰਨਰ ਇੱਥੇ ਇੰਡੀਪੈਂਡੈਂਟ ਸੀਗੇ ਤਿੰਨ, ਇਹਨੂੰ ਕੀ ਕਹਤਾ ਕਿ ਇਹ ਹੋ ਗਿਆ ਜੀ ਗਵਰਨਰ ਨਹੀਂ ਹੈਗਾ, ਉਸ ਤੋਂ ਬਾਅਦ ਇਹਨੂੰ ਤੁਸੀਂ ਬੋਲੋਗੇ ਗਵਰਨਰ ਜਨਰਲ ਆਫ ਬੰਗਾਲ। ਜਦੋਂ ਇਹ ਗਵਰਨਰ ਜਨਰਲ ਆਫ ਬੰਗਾਲ ਹੋ ਗਿਆ ਤਾਂ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਫਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਹੋਣਗੇ, ਵਾਰਨ ਹੇਸਟਿੰਗ ਹੋਣਗੇ, ਕਿਉਂਕਿ ਉਹਨਾਂ ਦੇ ਟਾਈਮ ਤੇ ਹੀ ਐਕਟ ਆਏਗਾ ਕਿਹੜਾ, ਰੈਗੂਲੇਟਿੰਗ ਐਕਟ ਆਫ 1773। ਠੀਕ ਹੈ ਜੀ। ਹੁਣ ਰੈਗੂਲੇਟਿੰਗ ਐਕਟ ਆਫ 1773 ਨੇ ਵਾਰਨ ਹੇਸਟਿੰਗ ਨੂੰ ਗਵਰਨਰ ਆਫ ਬੰਗਾਲ ਤੋਂ ਗਵਰਨਰ ਜਨਰਲ ਆਫ ਬੰਗਾਲ ਬਣਾਤਾ, ਤੇ ਜਿਹੜੇ ਨੀਚੇ ਸੀਗੇ ਉਹਨਾਂ ਦੇ ਪਹਿਲਾਂ ਕੋਈ ਨੀਚੇ ਉਹਨਾਂ ਦੇ ਨਹੀਂ ਸੀਗਾ, ਤਾਂ ਹੁਣ ਜੇ ਗੱਲ ਕਰਾਂਗੇ ਬੰਬਈ ਦਾ ਤੇ ਮਦਰਾਸ ਦੇ ਗਵਰਨਰ ਨੂੰ ਉਹਨਾਂ ਦੇ ਕੀ ਕਰਤਾ, ਸਬਆਰਡੀਨੇਟ ਕਰਤਾ। ਕਲੀਅਰ, ਕਿਉਂਕਿ ਈਜ਼ੀ ਹੋ ਗਿਆ। ਉੱਥੇ ਜੇ ਗੱਲ ਕਰੀਏ ਬ੍ਰਿਟੇਨ ਦੀ ਹਕੂਮਤ, ਉਹਨਾਂ ਨੇ ਕੋਈ ਵੀ ਗੱਲ ਕਹਿਣੀ ਹੈ, ਕਨਵੇ ਕਰਨਾ ਮੈਸੇਜ, ਤਾਂ ਉਹ ਗਵਰਨਰ ਜਨਰਲ ਆਫ ਬੰਗਾਲ ਨੂੰ ਕਹਿਣਗੇ। ਉਹ ਨੀਚੇ ਕਹੇਗਾ ਕਿ ਮੇਰੇ ਸਬਆਰਡੀਨੇਟ, ਇਹਨਾਂ ਨੂੰ ਦੱਸਣ ਦੀ ਲੋੜ ਨਹੀਂ, ਮੈਂ ਇਹਨਾਂ ਨਾਲ ਕੀ ਕਰ ਲਾਂਗਾ, ਆਪੇ ਹੀ ਤੁਹਾਡਾ ਮੈਟਰ ਡਿਸਕਸ ਕਰ ਲਾਂਗਾ। ਕਲੀਅਰ, ਚਲੋ ਜੀ। ਹੁਣ ਸਿਰਫ ਗਵਰਨਰ ਨੂੰ ਹੀ ਜੇ ਗੱਲ ਕਰੀਏ, ਪਾਵਰਸ ਵੀ ਤਾਂ ਲੈਣੀਆਂ ਪੈਣਗੀਆਂ ਗਵਰਨਰ ਤੋਂ। ਇੱਕ ਗਵਰਨਰ ਨੂੰ ਗਵਰਨਰ ਜਨਰਲ ਬਣਾਤਾ, ਬਾਕੀ ਉਹਦੇ ਅੰਡਰ ਕਰਤੇ, ਪਰ ਗਵਰਨਰ ਨੂੰ ਕੰਟਰੋਲ ਕਿਵੇਂ ਕਰਨਾ ਹੈ, ਗਵਰਨਰ ਨੂੰ ਵੀ ਤਾਂ ਕੰਟਰੋਲ ਬ੍ਰਿਟੇਨ ਦੀ ਹਕੂਮਤ ਨੇ ਕਰਨਾ ਹੈ। ਤਾਂ ਗਵਰਨਰ ਜਨਰਲ ਨੂੰ ਕਿਹਾ ਗਿਆ ਕਿ ਦੇਖੋ ਜੀ ਅੱਜ ਤੋਂ ਬਾਅਦ ਤੁਸੀਂ ਇਕੱਲੇ ਕੋਈ ਕੰਮ ਨਹੀਂ ਕਰੋਗੇ, ਤੁਹਾਡੇ ਕੋਲ ਕੀ ਹੋਏਗੀ, ਇੱਕ ਐਗਜ਼ੀਕਿਊਟਿਵ ਕਾਊਂਸਿਲ ਹੋਏਗੀ। ਗਵਰਨਰ ਹੁਣ ਕੋਈ ਵੀ ਕੰਮ ਕਰੇਗਾ ਕਿਸ ਦੇ ਨਾਲ, ਐਗਜ਼ੀਕਿਊਟਿਵ ਕਾਊਂਸਿਲ ਦੇ ਨਾਲ। ਤੇ ਇਹੀ ਐਗਜ਼ੀਕਿਊਟਿਵ ਕਾਊਂਸਿਲ ਜਿਹੜੀ ਹੈ ਉਹਦੇ ਮੈਂਬਰ ਯਾਦ ਰੱਖਿਓ ਕਿੰਨੇ ਮੈਂਬਰ ਹੋਣਗੇ, 4 ਮੈਂਬਰ ਨੇ ਐਗਜ਼ੀਕਿਊਟਿਵ ਕਾਊਂਸਿਲ ਦੇ। ਕਲੀਅਰ ਹੈ ਜੀ। ਹੁਣ ਗਵਰਨਰ ਨੇ ਕੋਈ ਵੀ ਕੰਮ ਕਰਨਾ ਹੈ ਤਾਂ ਉਹਨੂੰ ਕੀ ਕਰਨਾ ਪਏਗਾ, ਐਗਜ਼ੀਕਿਊਟਿਵ ਕਾਊਂਸਿਲ ਦੇ ਨਾਲ ਸਲਾਹ ਮਸ਼ਵਰਾ ਕਰਨਾ ਪਏਗਾ, ਵੋਟਿੰਗ ਕਰਨੀ ਪਏਗੀ। 4 ਮੈਂਬਰ ਹੋ ਗਏ ਐਗਜ਼ੀਕਿਊਟਿਵ ਕਾਊਂਸਿਲ ਦੇ, 1 ਮੈਂਬਰ ਹੋ ਗਿਆ ਖੁਦ ਗਵਰਨਰ ਜਨਰਲ, ਤਾਂ ਟੋਟਲ ਬੰਦੇ ਹੋ ਗਏ 5। ਇਹ 5 ਬੰਦੇ ਜਿਹੜੇ ਨੇ ਕੋਈ ਵੀ ਮਸਲਾ ਹੋਏਗਾ ਉਹਦੇ ਉੱਪਰ ਕੀ ਕਰਨਾ ਹੈ, ਜੇ ਗੱਲ ਕਰੀਏ ਕਿ ਕੁਝ ਕਰਨਾ ਹੈ ਨਹੀਂ ਕਰਨਾ, ਤਾਂ ਉਹ ਡਿਸਾਈਡ ਕੌਣ ਕਰਨਗੇ, ਇਹ 5 ਬੰਦੇ ਮਿਲ ਕੇ ਕਰਨਗੇ। ਕਲੀਅਰ, ਚਲੋ ਜੀ ਨੈਕਸਟ ਗੱਲ ਕਰਦੇ ਇੱਥੇ ਵੈਰੀ ਇੰਪੋਰਟੈਂਟ ਯਾਦ ਰੱਖਿਓ 1773 ਦੇ ਐਕਟ ਨਾਲ ਕੀ ਬਣਾਏਗਾ, ਇੱਥੇ ਬਣਾਏਗਾ ਜੀ ਕੋਰਟ ਆਫ ਡਾਇਰੈਕਟਰਸ ਬਣਾਏਗਾ। ਠੀਕ ਹੈ ਜੀ, ਯਾਦ ਰੱਖਿਓ ਕੋਰਟ ਆਫ ਡਾਇਰੈਕਟਰਸ ਕਿਹੜੇ ਐਕਟ ਨਾਲ ਬਣਾਇਆ ਜਾਂਦਾ ਹੈ, ਰੈਗੂਲੇਟਿੰਗ ਐਕਟ ਆਫ 1773 ਨਾਲ। ਇਹਨਾਂ ਦਾ ਕੰਮ ਕੀ ਹੋਏਗਾ, ਸੇਮ ਕੰਮ, ਮਿਲਟਰੀ ਅਫੇਅਰਸ, ਇਹ ਸਾਰਿਆਂ ਦੀ ਜਿੰਨੇ ਵੀ ਸਿਵਲ ਅਫੇਅਰਸ ਹੈ, ਰੈਵਨਿਊ ਅਫੇਅਰਸ ਹੈ, ਇਹਨਾਂ ਦੀ ਰਿਪੋਰਟ ਬਣਾ ਕੇ ਜਿਹੜੀ ਹੈ ਬ੍ਰਿਟੇਨ ਭੇਜੀ ਜਾਣੀ ਸ਼ੁਰੂ ਕੀਤੀ ਜਾਏਗੀ ਕਿ ਇਹ ਚੱਲ ਕੀ ਰਿਹਾ। ਕਲੀਅਰ, ਚਲੋ ਜੀ ਨੈਕਸਟ ਪ੍ਰੋਵੀਜ਼ਨ ਦੀ ਗੱਲ ਕਰਦੇ ਹਾਂ ਤਾਂ ਇੱਥੇ ਆਪਾਂ ਦੇਖਾਂਗੇ ਸੁਪਰੀਮ ਕੋਰਟ ਬਣਾਇਆ ਜਾਏਗਾ। ਕਿੱਥੇ ਬਣਾਇਆ ਜਾਏਗਾ ਸੁਪਰੀਮ ਕੋਰਟ, ਕਲਕੱਤੇ ਬਣਾਇਆ ਜਾਏਗਾ। ਠੀਕ ਹੈ ਜੀ, ਇੱਕ ਸੁਪਰੀਮ ਕੋਰਟ ਬਣਾਇਆ ਜਾਏਗਾ ਕਲਕੱਤੇ। ਐਜ਼ ਇਟ ਇਜ਼ ਹੀ ਪੰਜਾਬ ਦੇ ਪੇਪਰਾਂ 'ਚ ਤੁਹਾਨੂੰ ਕੁਐਸਚਨ ਪੁੱਛ ਲਿੱਤਾ ਜਾਂਦਾ ਹੈ ਕਿ ਕਿਹੜੇ ਐਕਟ ਦੇ ਨਾਲ ਸੁਪਰੀਮ ਕੋਰਟ ਬਣਾਇਆ ਜਾਏਗਾ ਕਲਕੱਤੇ, ਦਾ ਯਾਦ ਰੱਖਿਓ ਰੈਗੂਲੇਟਿੰਗ ਐਕਟ ਆਫ 1773। ਹੁਣ ਸਭ ਤੋਂ ਜਿਹੜਾ ਵੱਡਾ ਮੁੱਦਾ ਸੀ ਕਿ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹ ਡੁੱਬ ਕਿਉਂ ਰਹੀ ਸੀ, ਉਹ ਬੈਂਕਰਪਟ ਕਿਉਂ ਹੋ ਰਹੀ ਸੀ, ਦਿਵਾਲੀਆ ਕਿਉਂ ਹੋ ਰਹੀ ਸੀ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਉਹਦੇ ਇੰਪਲੋਏ ਸੀਗੇ ਉਹ ਕੀ ਕਰ ਰਹੇ ਸੀ, ਪ੍ਰਾਈਵੇਟ ਟ੍ਰੇਡ ਕਰ ਰਹੇ ਸੀ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜਾ ਰੈਗੂਲੇਟਿੰਗ ਐਕਟ ਦੇ ਵਿੱਚ ਆਪਾਂ ਯਾਦ ਰੱਖਾਂਗੇ ਕਿ ਇਹਦੇ ਵਿੱਚ ਜਿੰਨੇ ਵੀ ਇਹਨਾਂ ਦੇ ਇੰਪਲੋਏ ਸੀਗੇ ਉਹਨਾਂ ਨੂੰ ਪ੍ਰਾਈਵੇਟ ਟ੍ਰੇਡ ਕਰਨ ਤੋਂ ਰੋਕ ਦਿੱਤਾ ਗਿਆ। ਹੁਣ ਤੁਸੀਂ ਇੱਕ ਵਾਰ ਸੋਚ ਕੇ ਦੇਖੋ ਕਿ ਤੁਹਾਨੂੰ ਪ੍ਰਾਈਵੇਟ ਟ੍ਰੇਡ ਕਰਨ ਤੋਂ ਰੋਕਤਾ, ਪਰ ਸਰਕਾਰ ਨੂੰ ਕਿਵੇਂ ਪਤਾ ਚੱਲੇਗਾ ਕਿ ਤੁਸੀਂ ਪ੍ਰਾਈਵੇਟ ਟ੍ਰੇਡ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਤੁਸੀਂ ਇੱਥੇ ਕਰ ਰਹੇ ਹੋ, ਤੁਹਾਨੂੰ ਕਹਤਾ ਕਿ ਤੁਸੀਂ ਟ੍ਰੇਡ ਨਹੀਂ ਕਰਨਾ, ਕੋਈ ਬੰਦਾ ਫੇਰ ਵੀ ਕਰੀ ਜਾਏ ਤਾਂ ਲੰਡਨ ਬੈਠੀ ਹਕੂਮਤ ਨੂੰ ਕਿਵੇਂ ਪਤਾ ਚੱਲੇਗਾ। ਇਹ ਜਿਹੜੇ ਇਹ ਲੂਪ ਹੋਲ ਨੇ ਇਹ ਅਗਲੇ ਐਕਟ ਦੇ ਵਿੱਚ ਆਪਾਂ ਕੀ ਕਰਾਂਗੇ, ਇਹਨਾਂ ਨੂੰ ਠੀਕ ਕਰਾਂਗੇ। ਤਾਂ ਯਾਦ ਰੱਖਿਓ ਇੱਥੇ ਅਜੇ ਸਿਰਫ ਇੰਨਾ ਯਾਦ ਰੱਖਿਓ ਕਿ ਪ੍ਰਾਈਵੇਟ ਜਿਹੜਾ ਟ੍ਰੇਡ ਹੈ ਉਹਦੀ ਪ੍ਰੈਕਟਿਸ ਨੂੰ ਰੋਕ ਦਿੱਤਾ ਗਿਆ ਕਿਹੜੇ ਐਕਟ ਦੇ ਨਾਲ, 1773 ਦੇ ਐਕਟ ਨਾਲ। ਕਲੀਅਰ ਹੈ ਜੀ। ਚਲੋ ਜੀ ਇਸ ਤੋਂ ਇਲਾਵਾ ਜੇ ਗੱਲ ਕਰੀਏ ਇੱਥੇ ਆਪਾਂ ਗੱਲ ਕਰਾਂਗੇ ਤਾਂ ਸਰਵੈਂਟਸ ਜਿਹੜੇ ਹੋਣਗੇ ਕੰਪਨੀ ਦੇ, ਇਹਨਾਂ ਨੂੰ ਕਿਹਾ ਜਾਏਗਾ ਕਿ ਤੁਸੀਂ ਕਿਸੇ ਤੋਂ ਵੀ ਗਿਫਟ ਨਹੀਂ ਲੈਣੇ। ਠੀਕ ਹੈ ਜੀ, ਪ੍ਰੈਜ਼ੈਂਟਸ ਨਹੀਂ ਲੈਣੇ, ਕਿਉਂਕਿ ਉਹੀ ਗੱਲ ਹੈ ਕਿ ਟ੍ਰੇਡ ਕਰ ਰਹੇ ਹੋਗੇ, ਤੁਹਾਨੂੰ ਮੁਨਾਫਾ ਹੋ ਗਿਆ ਪ੍ਰਾਈਵੇਟ ਟ੍ਰੇਡ ਦੇ ਵਿੱਚ, ਤੁਸੀਂ ਕੰਪਨੀ ਪੁੱਛੇਗੀ ਤੁਸੀਂ ਟ੍ਰੇਡ ਕੀਤਾ ਸੀ, ਤੁਸੀਂ ਕਹੋਗੇ ਨਹੀਂ ਮੈਨੂੰ ਤਾਂ ਜੀ ਕੋਈ ਗਿਫਟ ਦੇ ਗਿਆ, ਕੋਈ ਰਿਸ਼ਵਤ ਦੇ ਗਿਆ, ਤਾਂ ਉਹ ਸਭ ਚੀਜ਼ਾਂ ਕੀ ਹੋ ਗਈਆਂ, ਬੰਦ ਕਰਤੀਆਂ ਪਹਿਲੇ ਐਕਟ ਦੇ ਵਿੱਚ, ਜਿਹਨੂੰ ਆਪਾਂ ਕਹਾਂਗੇ ਰੈਗੂਲੇਟਿੰਗ ਐਕਟ ਆਫ 1773। ਹੁਣ ਪਹਿਲਾ ਐਕਟ ਸੀ, ਪਹਿਲੀ ਵਾਰ ਰੈਗੂਲੇਟ ਕੀਤਾ ਕਿ ਪਹਿਲੀ ਵਾਰ ਦੇ ਵਿੱਚ ਹੀ ਆਪਾਂ ਕਹੀਏ ਕਿ ਇਹ ਕੰਪਲੀਟ ਹੋ ਜਾਏਗਾ ਐਕਟ, ਨਹੀਂ, ਕਿਤੇ ਨਾ ਕਿਤੇ ਕੀ ਰਹਿਣਗੇ ਇਹਦੇ ਵਿੱਚ ਕਮੀਆਂ ਪੇਸ਼ੀਆਂ ਜ਼ਰੂਰ ਹੋਣਗੀਆਂ। ਤਾਂ ਉਹੀ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਕੀ ਡਿਫੈਕਟ ਸੀਗੇ। ਪਹਿਲਾ ਐਕਟ ਸੀ ਰੈਗੂਲੇਟਿੰਗ ਐਕਟ ਆਫ 1773, ਪਰ ਇਹਦੇ ਕੁਝ ਡਿਫੈਕਟ ਵੀ ਨੇ ਜੋ ਆਪਾਂ ਕੀ ਕਰਾਂਗੇ ਅੱਗੇ ਕੋਈ ਨਾ ਕੋਈ ਐਕਟ ਲਿਆ ਕੇ ਅਮੈਂਡਮੈਂਟ ਕਰਾਂਗੇ। ਠੀਕ ਹੈ ਜੀ, ਦੇਖੋ ਜੀ ਸਭ ਤੋਂ ਪਹਿਲੀ ਜੇ ਗੱਲ ਕਰਾਂਗੇ ਗਵਰਨਰ ਜਨਰਲ ਦੀ ਕੀ ਚਲੇਗੀ, ਪਾਵਰ ਹੀ ਚਲੇਗੀ। ਕਿਉਂ ਗਵਰਨਰ ਜਨਰਲ ਦੀ ਪਾਵਰ ਚਲੇਗੀ, ਕਿਉਂਕਿ ਉਹਨੂੰ ਕਿਤੇ ਨਾ ਕਿਤੇ ਕਿਹਦੇ ਨਾਲ ਸਲਾਹ ਮਸ਼ਵਰਾ ਕਰਨ ਦੀ ਜ਼ਰੂਰਤ ਹੈ, ਐਗਜ਼ੀਕਿਊਟਿਵ ਕਾਊਂਸਿਲ। ਇਹ ਵੀ ਐਗਜ਼ੀਕਿਊਟਿਵ ਕਾਊਂਸਿਲ ਹੈ ਜਿਹਦੇ ਵਿੱਚ ਮੈਂਬਰ ਕਿੰਨੇ ਨੇ, 4 ਮੈਂਬਰ ਨੇ। ਇੱਕ ਮੈਂਬਰ ਖੁਦ ਕੌਣ ਹੈ, ਗਵਰਨਰ ਜਨਰਲ ਹੈ, ਤਾਂ ਟੋਟਲ ਮੈਂਬਰ ਹੋ ਗਏ 5। ਹੁਣ 5 ਮੈਂਬਰਾਂ ਦੇ ਵਿੱਚੋਂ ਗਵਰਨਰ ਜਨਰਲ ਨੇ ਕੋਈ ਵੀ ਕੰਮ ਕਰਨਾ ਤਾਂ ਉਹਨੂੰ ਕੀ ਕਰਨ ਦੀ ਜ਼ਰੂਰਤ ਹੈ, ਘੱਟੋ ਘੱਟ 4 ਦੇ ਵਿੱਚੋਂ 2 ਮੈਂਬਰ ਉਹਦੇ ਹੱਕ ਦੇ ਵਿੱਚ ਕੀ ਕਰਨ, ਵੋਟ ਕਰਨ, ਜੋ ਕਦੀ ਵੀ ਨਹੀਂ ਹੋਏਗਾ। ਐਗਜ਼ੀਕਿਊਟਿਵ ਕਾਊਂਸਿਲ ਜਿਹੜੀ ਹੈ ਗਵਰਨਰ ਜਨਰਲ ਦੇ ਹਮੇਸ਼ਾ ਉਲਟ ਹੀ ਚੱਲੇਗੀ। 4 ਦੇ ਵਿੱਚੋਂ ਗਵਰਨਰ ਜਨਰਲ ਜਿਹੜਾ ਮੁਸ਼ਕਿਲ ਦੇ ਨਾਲ ਵੀ ਜੇ ਕਹਾਂਗੇ ਤਾਂ ਇੱਕ ਬੰਦੇ ਨੂੰ ਹੀ ਆਪਣੇ ਨਾਲ ਰਲਾ ਪਾਏਗਾ, ਬਾਕੀ 3 ਤਾਂ ਹਮੇਸ਼ਾ ਉਹਦੇ ਕੀ ਚੱਲਣਗੇ, ਐਂਟੀ ਹੀ ਚੱਲਣਗੇ। ਜਦੋਂ ਇੰਨੀ ਗੱਲ ਹੋਏਗੀ ਤਾਂ ਗਵਰਨਰ ਜਨਰਲ ਦੀ ਕੀ ਰਹੇਗੀ ਪਾਵਰ, ਕੋਈ ਪਾਵਰ ਨਹੀਂ ਰਹੇਗੀ। ਗਵਰਨਰ ਜਨਰਲ ਕੀ ਹੋ ਗਿਆ, ਇੱਥੇ ਆਪਾਂ ਕਹਾਂਗੇ ਗਵਰਨਰ ਜਨਰਲ ਹੋ ਗਿਆ ਪਾਵਰਲੈਸ, ਉਹ ਐਗਜ਼ੀਕਿਊਟਿਵ ਕਾਊਂਸਿਲ ਦੇ ਸਾਹਮਣੇ ਕੁਝ ਕਰ ਹੀ ਨਹੀਂ ਸਕਦਾ। ਠੀਕ ਹੈ ਜੀ, ਨੈਕਸਟ ਆਪਾਂ ਦੇਖਾਂਗੇ ਇੱਥੇ ਬਣਾਇਆ ਗਿਆ ਸੀ ਜੀ ਸੁਪਰੀਮ ਕੋਰਟ 1773 ਦੇ ਐਕਟ ਨਾਲ। ਪਰ
ਕੀ ਉਹਦੇ ਵਿੱਚ ਖਾਸ ਲਿਖਿਆ ਗਿਆ ਕਿ ਸੁਪਰੀਮ ਕੋਰਟ ਦੀ ਤਾਕਤਾਂ ਕੀ ਨੇ? ਹਾਈ ਜੇ ਗੱਲ ਕਰਾਂਗੇ ਗਵਰਨਰ ਜਨਰਲ ਦੀਆਂ ਤਾਕਤਾਂ ਕੀ ਨੇ ਬੰਗਾਲ ਦੇ, ਨਹੀਂ ਲਿਖਿਆ ਗਿਆ। ਤਾਂ ਦੋਨੋਂ ਹੀ ਲੜਾਈ ਦੇ ਵਿੱਚ ਚੱਲਣਗੇ। ਗਵਰਨਰ ਜਨਰਲ ਕਹੇਗਾ ਕਿ ਇਹ ਮੇਰੀ ਪਾਵਰ ਹੈ, ਸੁਪਰੀਮ ਕੋਰਟ ਕਹੇਗਾ ਕਿ ਨਹੀਂ ਜੀ ਇਹ ਤਾਂ ਸਾਡੀ ਪਾਵਰ ਹੈ। ਤਾਂ ਦੋਨਾਂ ਦੇ ਵਿੱਚ ਲੜਾਈ। ਹੁਣ ਇੱਕ ਪਾਸੇ ਐਗਜ਼ੀਕਿਊਟਿਵ ਕਾਊਂਸਿਲ ਨਾਲ ਲੜਾਈ ਲੜ ਰਿਹਾ ਗਵਰਨਰ ਜਨਰਲ, ਦੂਜੇ ਪਾਸੇ ਸੁਪਰੀਮ ਕੋਰਟ ਨਾਲ ਲੜਾਈ ਲੜ ਰਿਹਾ। ਤਾਂ ਕੀ ਹੋਏਗਾ? ਕੋਈ ਫਾਇਦਾ ਨਹੀਂ ਇਸਦਾ। ਐਗਜ਼ੀਕਿਊਟਿਵ ਕਾਊਂਸਿਲ ਦੇ ਸੁਪਰੀਮ ਕੋਰਟ ਨਾਲ ਲੜਾਈ ਨਾਲ ਇਹ ਜਿਹੜਾ ਆਪਾਂ ਗੱਲ ਕਰ ਰਹੇ ਹਾਂ ਗਵਰਨਰ ਹੈ ਬੰਗਾਲ ਦਾ, ਉਹ ਤਾਂ ਲੜੀ ਜਾ ਰਿਹਾ। ਉਹ ਕੀ ਕਰ ਸਕਦਾ ਹੈ? ਈਸਟ ਇੰਡੀਆ ਕੰਪਨੀ ਨੂੰ ਠੀਕ ਕਰ ਸਕਦਾ ਉਸ ਦੇ ਨਾਲ? ਨਹੀਂ ਠੀਕ ਹੋਏਗਾ। ਤਾਂ ਕਿਤੇ ਨਾ ਕਿਤੇ ਆਪਾਂ ਗੱਲ ਕਰਾਂਗੇ ਈਅਰ ਚੱਲਦਾ ਆਪਣਾ 1773, ਅਗਲੇ 20 ਸਾਲ ਵੇਟ ਨਹੀਂ ਕੀਤਾ ਜਾ ਸਕਦਾ। ਅਗਲੇ 20 ਸਾਲ ਜਿਹੜਾ ਵੇਟ ਨਹੀਂ ਕੀਤਾ ਜਾ ਸਕਦਾ। ਆਪਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦੇ ਵਿੱਚ ਕੀ ਕਰਨਾ ਪਏਗਾ? ਅਮੈਂਡਮੈਂਟ ਕਰਕੇ ਇਹ ਜਿਹੜੀਆਂ ਪ੍ਰੋਬਲਮਸ ਨੇ ਇਹਨਾਂ ਨੂੰ ਕੀ ਕਰਨਾ ਪੈਣਾ ਹੈ? ਠੀਕ ਕਰਨਾ ਪੈਣਾ। ਨੈਕਸਟ ਆਪਾਂ ਦੇਖਾਂਗੇ ਜੀ ਅਲੱਗ ਤੀਜਾ ਡਿਫੈਕਟ, ਜਿਵੇਂ ਕਿ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ ਕਿ ਗਵਰਨਰ ਜਿਹੜਾ ਬੰਗਾਲ ਦੇ ਸੀ ਉਹਨਾਂ ਨੂੰ ਬਣਾ ਦਿੱਤਾ ਗਿਆ ਸੀ ਗਵਰਨਰ ਜਨਰਲ ਆਫ ਬੰਗਾਲ। ਠੀਕ ਹੈ ਜੀ। ਤੇ ਗਵਰਨਰ ਜਨਰਲ ਆਫ ਬੰਗਾਲ ਦੇ ਅੰਡਰ ਹੀ ਦੋ ਗਵਰਨਰ ਆਉਂਦੇ ਸੀ। ਇੱਕ ਆਏਗਾ ਤੁਹਾਡਾ ਬੰਬੇ ਦੇ ਗਵਰਨਰ ਤੇ ਦੂਜੇ ਆਣਗੇ ਮਦਰਾਸ ਦੇ ਗਵਰਨਰ। ਪਰ ਇੱਥੇ ਜੇ ਪਹਿਲਾ ਐਕਟ ਸੀ ਤਾਂ ਇਹਨਾਂ ਨੇ ਕੀ ਕੀਤਾ? ਕੰਟੀਨਿਊ ਹੀ ਰਹੇ। ਜਿਹੜਾ ਮਦਰਾਸ ਦਾ ਗਵਰਨਰ ਸੀ, ਬੰਬੇ ਦਾ ਗਵਰਨਰ ਸੀ, ਉਹ ਮੰਨ ਹੀ ਨਹੀਂ ਰਹੇ ਕਿ ਅਸੀਂ ਹੁਣ ਗਵਰਨਰ ਆਫ ਬੰਗਾਲ ਦੇ ਅੰਡਰ ਆਉਂਦੇ ਹਾਂ। ਕਹਿੰਦੇ ਨਹੀਂ ਅਸੀਂ ਨਹੀਂ ਆਉਂਦੇ ਜੀ, ਅਸੀਂ ਆਪਣੇ ਹਿਸਾਬ ਨਾਲ ਹੀ ਚੱਲਾਂਗੇ ਜਿਵੇਂ ਪਹਿਲਾਂ ਚੱਲ ਰਹੇ ਸੀ। ਤਾਂ ਮਤਲਬ ਕਿ ਇੱਥੇ ਕਾਫੀ ਜ਼ਿਆਦਾ ਤੁਹਾਨੂੰ ਕੀ ਦੇਖਣ ਨੂੰ ਮਿਲੇਗੀ ਕਿ ਪਹਿਲਾ ਐਕਟ ਆਏਗਾ ਰੈਗੂਲੇਟਿੰਗ ਐਕਟ ਆਫ 1773, ਜਿਹਦੇ ਨਾਲ ਬਹੁਤ ਜ਼ਿਆਦਾ ਕਨਫਿਊਜ਼ਨ ਹੋ ਜਾਏਗੀ ਈਸਟ ਇੰਡੀਆ ਕੰਪਨੀ ਦੇ ਵਿੱਚ। ਜੇ ਗੱਲ ਕਰੀਏ ਗਵਰਨਰ ਦੀ, ਉਹਨੂੰ ਆਪਣੀ ਪਾਵਰਸ ਦਾ ਨਹੀਂ ਪਤਾ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਆਪਣੀ ਪਾਵਰ ਦਾ ਨਹੀਂ ਪਤਾ। ਜਿਹੜੇ ਬੰਬੇ ਤੇ ਮਦਰਾਸ ਦੇ ਗਵਰਨਰ ਨੇ ਉਹ ਲੜ ਰਹੇ ਨੇ ਕਿ ਅਸੀਂ ਇੰਡੀਪੈਂਡੈਂਟ ਆ, ਅਸੀਂ ਜਿਹੜੇ ਹੈ ਗਵਰਨਰ ਜਨਰਲ ਆਫ ਬੰਗਾਲ ਦੇ ਅੰਡਰ ਨਹੀਂ ਆ ਰਹੇ। ਠੀਕ ਹੈ ਜੀ। ਤੇ ਲਾਸਟ ਦੇ ਆਪਾਂ ਯਾਦ ਰੱਖਾਂਗੇ ਕਿ ਜਿਹੜੇ ਐਗਜ਼ੀਕਿਊਟਿਵ ਕਾਊਂਸਿਲ ਹੈ ਉਹ ਅਲੱਗ ਤੋਂ ਜਿਹੜੇ ਗਵਰਨਰ ਜਨਰਲ ਨੇ ਉਹਨਾਂ ਨਾਲ ਲੜਾਈ ਲੈ ਰਹੀ ਹੈ। ਹੁਣ ਕੀਤਾ ਕੀ ਜਾਏ? ਅਮੈਂਡਮੈਂਟ ਕਰਨ ਦੀ ਜ਼ਰੂਰਤ ਹੈ ਜੀ। ਐਕਟ ਤੁਸੀਂ ਲਿਆ 1773 ਦੇ ਵਿੱਚ, ਹੁਣ ਤੁਹਾਨੂੰ ਇਸ ਦੇ ਵਿੱਚ ਅਮੈਂਡਮੈਂਟ ਕਰਨ ਦੀ ਜ਼ਰੂਰਤ ਹੈ। ਤਾਂ ਆਪਾਂ ਦੇਖਾਂਗੇ ਕਿ ਸਭ ਤੋਂ ਪਹਿਲਾਂ ਅਮੈਂਡਮੈਂਟ ਆਏਗੀ 1781 ਦੇ ਵਿੱਚ। 1773 ਦੇ ਐਕਟ ਵਿੱਚ ਅਮੈਂਡਮੈਂਟ ਕੀਤੀ ਜਾਏਗੀ। ਸਭ ਤੋਂ ਪਹਿਲੀ ਅਮੈਂਡਮੈਂਟ ਕੀ ਕੀਤੀ ਜਾਏਗੀ? ਸਭ ਤੋਂ ਇੰਪੋਰਟੈਂਟ, ਜਿਹਦੇ ਵਿੱਚ ਸੁਪਰੀਮ ਕੋਰਟ ਦੀ ਪਾਵਰਸ ਨੂੰ ਕੀ ਕੀਤਾ ਜਾਏਗਾ? ਰੀਡਿਫਾਈਨ ਕੀਤਾ ਜਾਏਗਾ। ਜੇ ਗੱਲ ਕਰੀਏ ਗਵਰਨਰ ਜਨਰਲ ਦੀ ਤੇ ਸੁਪਰੀਮ ਕੋਰਟ ਦੀ, ਇਹਨਾਂ ਦੀ ਪਾਵਰ ਕਲੀਅਰਲੀ ਡੀਮਾਰਕੇਟ ਕਰਤੇ ਹਨ ਕਿ ਸੁਪਰੀਮ ਕੋਰਟ ਦੀ ਤਾਕਤ ਇਹ ਨੇ, ਇਹਨਾਂ ਨੇ ਆਪਣੇ ਇਸ ਸਫੇਅਰ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ। ਦੂਜੇ ਪਾਸੇ ਜਿਹੜੇ ਐਗਜ਼ੀਕਿਊਟਿਵ ਕਾਊਂਸਿਲ ਹੈ ਪਲੱਸ ਜਿਹੜੇ ਗਵਰਨਰ ਜਨਰਲ ਨੇ ਉਹਨਾਂ ਦੀ ਅਲੱਗ ਤਾਕਤਾਂ ਨੇ। ਸਬਜੈਕਟ ਜਿਹੜੇ ਨੇ ਡਿਵਾਈਡ ਕਰ ਦਿੱਤੇ ਜਾਣਗੇ ਕਿ ਕੋਈ ਜਿਹੜਾ ਹੈ ਇੱਕ ਦੂਜੇ ਦੇ ਇੰਟਰਸਟ ਦੇ ਉੱਪਰ ਕੀ ਨਾ ਕਰੇ, ਲੜਾਈ ਨਾ ਕਰੇ। ਠੀਕ ਹੈ ਜੀ। ਇਹ ਨਹੀਂ ਹੈ ਕਿ ਕਦੀ ਜਿਹੜੇ ਗਵਰਨਰ ਜਨਰਲ ਨੇ ਉਹ ਜਾ ਕੇ ਸੁਪਰੀਮ ਕੋਰਟ ਦੇ ਸਬਜੈਕਟ ਦੇ ਉੱਪਰ ਕੋਈ ਲਾਅ ਬਣਾ ਰਹੇ ਨੇ ਜਾਂ ਉੱਧਰ ਲੜਾਈ ਲੜ ਰਹੇ ਨੇ, ਇਹਦਾ ਇੰਟਰਫੇਰੈਂਸ ਨਾ ਹੋਏ, ਕਨਫਲਿਕਟ ਨਾ ਹੋਏ। ਤਾਂ ਇਸ ਲਈ ਆਪਾਂ ਦੇਖਿਆ ਅਮੈਂਡਮੈਂਟ ਸ਼ੁਰੂ ਹੋਏਗੀ 1781 ਦੇ ਵਿੱਚ, ਜਿਹਦੇ ਵਿੱਚ ਪਾਵਰਸ ਕੀ ਨੇ ਕਲੀਅਰਲੀਆਂ ਡਿਫਾਈਨ ਕੀਤੇ ਜਾਣਗੇ। ਕਲੀਅਰ ਕਿ ਆਪਣੇ ਨਾਲ ਇਸ ਦੇ ਨਾਲ ਬਾਕੀ ਸਾਰੇ ਡਿਫੈਕਟ ਵੀ ਕਲੀਅਰ ਹੋ ਗਏ। ਤਾਂ ਦੇਖੋ ਜੀ ਇੱਥੇ ਤਾਂ ਸਿਰਫ ਸੁਪਰੀਮ ਕੋਰਟ ਤੇ ਗਵਰਨਰ ਜਨਰਲ ਆਫ ਇੰਡੀਆ ਜਿਹੜੇ ਗਵਰਨਰ ਜਨਰਲ ਆਫ ਬੰਗਾਲ ਨੇ ਉਹ ਵਾਲਾ ਕਨਫਲਿਕਟ ਠੀਕ ਹੋਇਆ। ਠੀਕ ਹੈ ਜੀ। ਤਾਂ ਮਤਲਬ ਕਿ ਆਪਾਂ ਜੇ ਗੱਲ ਕਰਾਂਗੇ ਤਾਂ ਇੱਥੇ ਆਪਣਾ ਡਿਫੈਕਟ ਨੰਬਰ 2 ਹੀ ਠੀਕ ਹੋਇਆ। ਤਾਂ ਇਹ ਤਾਂ ਠੀਕ ਕਰਤਾ। ਬਾਕੀ ਜਿਹੜੇ ਸੀਗੇ ਆਪਣਾ ਥਰਡ ਸੀਗਾ ਕਿ ਜਿਹੜੇ ਬੰਬੇ ਦੇ ਤੇ ਗਵਰਨਰ ਨੇ ਤੇ ਮਦਰਾਸ ਦੇ ਗਵਰਨਰ ਨੇ ਕੀ ਉਹ ਸਬਆਰਡੀਨੇਟ ਹੁਣ ਮੰਨ ਰਹੇ ਨੇ? ਨਹੀਂ ਮੰਨ ਰਹੇ। ਜੇ ਗੱਲ ਕਰੀਏ ਐਗਜ਼ੀਕਿਊਟਿਵ ਕਾਊਂਸਿਲ ਕੀ ਉਹ ਗਵਰਨਰ ਜਨਰਲ ਦਾ ਹੁਣ ਸਾਥ ਦੇ ਰਹੀ ਹੈ? ਨਹੀਂ ਦੇ ਰਹੀ। ਤਾਂ ਆਪਾਂ ਹੀ ਦੇਖਾਂਗੇ ਫਰਦਰ ਹੋਰ ਅਮੈਂਡਮੈਂਟ ਕੀਤੀ ਜਾਏਗੀ, ਜਿਸ ਅਮੈਂਡਮੈਂਟ ਨੂੰ ਆਪਾਂ ਕੀ ਕਹਿੰਦੇ ਹਾਂ ਪਿਟਸ ਇੰਡੀਆ ਐਕਟ। ਈਅਰ ਯਾਦ ਰੱਖ ਲਿਓ 1784। ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦੇ ਕੁਐਸਚਨ ਕਿਵੇਂ ਦੇ ਆਉਂਦੇ ਨੇ, ਇਹਨਾਂ ਦੇ ਵਿੱਚੋਂ ਕੁਐਸਚਨ ਕਿਵੇਂ ਦੇ ਆਉਂਦੇ ਨੇ, ਤਾਂ ਇੱਕ ਚੀਜ਼ ਧਿਆਨ ਰੱਖਿਓ ਕਿ ਤੁਹਾਨੂੰ ਐਜ਼ ਇਟ ਇਜ਼ ਹੀ ਪ੍ਰੋਵੀਜ਼ਨਸ ਆਉਣਗੀਆਂ ਕਿ ਐਜ਼ ਇਟ ਇਜ਼ ਪੰਜਾਬ ਦੇ ਪੇਪਰ 'ਚ ਪੁੱਛ ਲਿੱਤਾ ਜਾਂਦਾ ਹੈ ਕਿ ਸੁਪਰੀਮ ਕੋਰਟ ਐਟ ਕਲਕੱਤਾ ਕਿਹੜੇ ਐਕਟ ਦੇ ਨਾਲ ਬਣਾਇਆ ਗਿਆ ਸੀ, ਕਿਹੜੇ ਐਕਟ ਦੇ ਨਾਲ ਐਗਜ਼ੀਕਿਊਟਿਵ ਕਾਊਂਸਿਲ ਜਿਹੜੀ ਹੈ ਉਹ ਐਸਟੈਬਲਿਸ਼ ਹੋਈ ਸੀ ਤੇ ਉਸਦੇ ਮੈਂਬਰ ਕਿੰਨੇ ਸੀ। ਠੀਕ ਹੈ ਜੀ। ਇਹ ਇਵੇਂ ਦੇ ਐਜ਼ ਇਟ ਇਜ਼ ਹੀ ਪੁਆਇੰਟ ਤੁਹਾਨੂੰ ਕੁਐਸਚਨ ਦੇ ਵਿੱਚ ਆਉਣਗੇ, ਜ਼ਿਆਦਾ ਡੀਪ ਇਸ ਦੇ ਉੱਪਰ ਨਹੀਂ ਆਉਂਦੇ। ਚਲੋ ਜੀ ਨੈਕਸਟ ਗੱਲ ਕਰਦੇ ਹਾਂ ਪਿਟਸ ਇੰਡੀਆ ਐਕਟ। ਹੁਣ ਇਹ ਅਮੈਂਡਮੈਂਟ ਦੀ ਸਾਨੂੰ ਜ਼ਰੂਰਤ ਕਿਉਂ ਪਈ? ਪਿੱਛੇ ਜਿਹੜੇ 2 ਡਿਫੈਕਟ ਰਹਿ ਚੁੱਕੇ ਸੀ ਉਹਨਾਂ ਡਿਫੈਕਟਸ ਨੂੰ ਕੀ ਕਰਨਾ ਸੀ? ਹੁਣ ਸਿੰਪਲੀਫਾਈ ਕਰਨਾ ਹੈ। ਤਾਂ ਦੇਖੋ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਜੇ ਗੱਲ ਕਰਾਂਗੇ ਪਿਟਸ ਇੰਡੀਆ ਐਕਟ ਦੀ, ਤਾਂ ਯਾਦ ਰੱਖਿਓ ਬੋਰਡ ਆਫ ਕੰਟਰੋਲ ਬਣਾਇਆ ਗਿਆ। ਠੀਕ ਹੈ ਜੀ। ਇੱਥੇ ਬਣਾਇਆ ਜਾ ਰਿਹਾ ਬੋਰਡ ਆਫ ਕੰਟਰੋਲ। ਇੱਥੇ ਹੀ ਬੱਚੇ ਕੀ ਹੁੰਦੇ ਨੇ ਕਾਫੀ ਜ਼ਿਆਦਾ ਕਨਫਿਊਜ਼ ਹੁੰਦੇ ਨੇ। 2-3 ਚੀਜ਼ਾਂ ਨੇ। ਬੋਰਡ ਆਫ ਕੰਟਰੋਲ ਜਿਹੜਾ ਹੈਗਾ ਤੁਹਾਡਾ 1784 ਦੇ ਐਕਟ ਵਿੱਚ ਬਣਾਇਆ ਗਿਆ, ਜਿਹਨੂੰ ਆਪਾਂ ਪਿਟਸ ਇੰਡੀਆ ਐਕਟ ਕਹਿੰਦੇ ਹਾਂ। ਪਰ ਕੋਰਟ ਆਫ ਡਾਇਰੈਕਟਰਸ ਜਿਹੜਾ ਹੈ, ਕੋਰਟ ਆਫ ਡਾਇਰੈਕਟਰਸ ਉਹ 1773 ਦੇ ਐਕਟ 'ਚ ਬਣਾਇਆ ਗਿਆ। ਠੀਕ ਹੈ ਜੀ। ਜੇ ਗੱਲ ਕਰਾਂਗੇ ਬੋਰਡ ਆਫ ਕੰਟਰੋਲ ਦੀ, ਤਾਂ ਇਹਦੇ 'ਚ ਮੈਂਬਰ ਕਿੰਨੇ ਨੇ? ਇਹਦੇ 'ਚ ਨੇ 6 ਮੈਂਬਰ। ਬੱਚੇ ਕਨਫਿਊਜ਼ ਕੀ ਹੁੰਦੇ ਨੇ? 6 ਮੈਂਬਰ ਨਹੀਂ ਸੀ ਸਰ, 4 ਮੈਂਬਰ ਸੀ। 4 ਮੈਂਬਰ ਜਿਹੜੇ ਨੇ ਐਗਜ਼ੀਕਿਊਟਿਵ ਕਾਊਂਸਿਲ ਦੇ ਸੀ। ਠੀਕ ਹੈ ਜੀ। ਬੋਰਡ ਆਫ ਕੰਟਰੋਲ ਦੇ 6 ਮੈਂਬਰ ਨੇ, ਐਗਜ਼ੀਕਿਊਟਿਵ ਕਾਊਂਸਿਲ ਦੇ 4 ਮੈਂਬਰ ਨੇ। ਉਹੀ ਐਗਜ਼ੀਕਿਊਟਿਵ ਕਾਊਂਸਿਲ ਜਿਹੜੀ 1773 ਦੇ ਐਕਟ ਨਾਲ ਬਣਾਈ ਜਾਏਗੀ। ਕਲੀਅਰ ਹੈ ਜੀ। ਹੁਣ ਦੇਖੋ ਜੀ ਅੱਗੇ ਆਪਾਂ ਨੂੰ ਪਤਾ ਕਿ ਜਿਹੜੀ ਪਾਵਰ ਹੈ ਉਹ ਈਸਟ ਇੰਡੀਆ ਕੰਪਨੀ ਤੋਂ ਹੁਣ ਬ੍ਰਿਟੇਨ ਦੀ ਹਕੂਮਤ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਆਪਾਂ ਦੇਖਦੇ ਹਾਂ ਕਿ ਬੋਰਡ ਆਫ ਕੰਟਰੋਲ ਬਣਾਤਾ। ਹੁਣ ਬੋਰਡ ਆਫ ਕੰਟਰੋਲ ਦੇ ਪ੍ਰੈਜ਼ੀਡੈਂਟ ਕਿਹਨੂੰ ਬਣਾਏਗਾ?
ਬੋਰਡ ਆਫ ਕੰਟਰੋਲ ਦੇ ਜੇ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਤਾਂ ਆਪਾਂ ਯਾਦ ਰੱਖਾਂਗੇ ਕਿ ਸੈਕਟਰੀ ਆਫ ਸਟੇਟ ਨੂੰ ਇਹਨਾਂ ਦਾ ਕੀ ਬਣਾ ਦਿੱਤਾ ਗਿਆ, ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ। ਹੁਣ ਸੈਕਟਰੀ ਆਫ ਸਟੇਟ ਹੋਰ ਕੌਣ ਸੀ, ਉਹ ਹੋਰ ਕੋਈ ਨਹੀਂ, ਇੱਕ ਬ੍ਰਿਟੇਨ ਦਾ ਪਾਰਲੀਮੈਂਟ ਦਾ ਮੈਂਬਰ ਸੀ, ਠੀਕ ਹੈ ਜੀ। ਇੱਕ ਮੈਂਬਰ ਆਫ ਪਾਰਲੀਮੈਂਟ ਜੇ ਗੱਲ ਕਰੀਏ, ਇੱਕ ਮੈਂਬਰ ਆਫ ਪਾਰਲੀਮੈਂਟ ਕੌਣ ਹੈ, ਬੋਰਡ ਆਫ ਕੰਟਰੋਲ ਦਾ ਚੇਅਰਮੈਨ ਹੈ, ਪ੍ਰੈਜ਼ੀਡੈਂਟ ਹੈ। ਕਲੀਅਰ ਹੈ ਜੀ। ਤੇ ਇਹ ਬੋਰਡ ਆਫ ਕੰਟਰੋਲ ਕਰੇਗਾ ਕਿ ਇੱਕ ਕੰਪਨੀ ਦੇ ਸਾਰੇ ਸਿਵਲ, ਮਿਲਟਰੀ ਤੇ ਰੈਵਨਿਊ ਮੈਟਰਸ ਨੂੰ ਧਿਆਨ 'ਚ ਰੱਖੇਗਾ ਆਪਣੇ, ਠੀਕ ਹੈ ਜੀ, ਉਹਨਾਂ ਦੇ ਉੱਪਰ ਡਿਸੀਜਨ ਦੇਗਾ। ਤਾਂ ਇੱਥੇ ਹੀ ਕੁਐਸਚਨ ਬਣਦਾ ਹੈ, ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਦੱਸੋ ਕਿ ਜੇ ਈਸਟ ਇੰਡੀਆ ਕੰਪਨੀ ਹੈ, ਜਿਹੜੇ ਅੰਗਰੇਜ਼ ਸੀ, ਇਹਨਾਂ ਨੇ ਸਾਰਾ ਭਾਰਤ ਜੇ ਗੱਲ ਕਰੀਏ ਆਪਣੇ ਅੰਡਰ ਕਰ ਲਿਆ, ਭਾਰਤ ਦੇ ਉੱਪਰ ਰਾਜ ਕੀਤਾ, ਸ਼ੁਰੂ ਕੀਤਾ ਬੰਗਾਲ ਤੋਂ ਨੀਚੇ ਜਾਣ ਕੇ ਮੈਸੂਰ, ਹੈਦਰਾਬਾਦ, ਮਰਾਠਾ, ਫਿਰ ਸਿੰਧ, ਪੰਜਾਬ, ਇਹ ਸਾਰਾ ਏਰੀਆ ਇਹਨਾਂ ਨੇ ਕੈਪਚਰ ਕੀਤਾ। ਕੀ ਇਹਨਾਂ ਨੇ ਕੋਈ ਪਲਾਨ ਤਰੀਕੇ ਨਾਲ ਇਹਨੂੰ ਕੀਤਾ ਸੀ ਕਿ ਪਿੱਛੇ ਇਸ ਦੇ, ਕਿਉਂਕਿ ਈਸਟ ਇੰਡੀਆ ਕੰਪਨੀ ਕੀ ਸੀ, ਉਹ ਤਾਂ ਇੱਕ ਵਪਾਰੀ ਆਏ ਸੀਗੇ, ਕਿ ਵਪਾਰੀਆਂ ਨੇ ਹੀ ਸਾਰਾ ਕੁਝ ਕੀਤਾ ਜਾਂ ਪਿੱਛੋਂ ਦੀ ਬ੍ਰਿਟੇਨ ਦੀ ਹਕੂਮਤ ਦਾ ਵੀ ਕਿਤੇ ਹੱਥ ਸੀ? ਤਾਂ ਇੱਥੇ ਤੁਹਾਡਾ ਆਨਸਰ ਬਣਦਾ ਹੈ ਕਿ ਬ੍ਰਿਟੇਨ ਦੀ ਹਕੂਮਤ ਦਾ ਵੀ ਤਾਂ ਹੱਥ ਸੀ। ਜੇ ਗੱਲ ਕਰਾਂਗੇ 1773 ਦੀ, ਠੀਕ ਹੈ ਜੀ, 1773 ਤੋਂ ਪਹਿਲਾਂ ਬ੍ਰਿਟੇਨ ਦੀ ਹਕੂਮਤ ਦਾ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਦਖਲਅੰਦਾਜ਼ੀ ਨਹੀਂ ਸੀ ਈਸਟ ਇੰਡੀਆ ਕੰਪਨੀ 'ਚ। ਜੋ ਕੁਝ ਵੀ ਹੋਇਆ 1773 ਤੋਂ ਪਹਿਲਾਂ ਉਹ ਈਸਟ ਇੰਡੀਆ ਕੰਪਨੀ ਨੇ ਆਪ ਕੀਤਾ। ਪਰ 1773 ਤੋਂ ਬਾਅਦ ਕਿਤੇ ਨਾ ਕਿਤੇ ਬ੍ਰਿਟੇਨ ਦੀ ਹਕੂਮਤ ਦਾ ਇਹਦੇ ਵਿੱਚ ਸਾਨੂੰ ਡਾਇਰੈਕਟ ਇਨਫਲੂਐਂਸ ਦੇਖਣ ਨੂੰ ਮਿਲਦਾ ਹੈ, ਠੀਕ ਹੈ ਜੀ। ਇਹਦਾ ਐਗਜ਼ਾਮਪਲ ਤੁਸੀਂ ਦੇ ਸਕਦੇ ਹੋ ਕਿ 1784 ਦੇ ਵਿੱਚ ਇੱਕ ਮੈਂਬਰ ਆਫ ਪਾਰਲੀਮੈਂਟ ਹੋਏਗਾ, ਜਿਹਨੂੰ ਆਪਾਂ ਕਹਾਂਗੇ ਸੈਕਟਰੀ ਆਫ ਸਟੇਟ, ਉਹ ਬੋਰਡ ਆਫ ਕੰਟਰੋਲ ਦਾ ਕੀ ਲਗਾ ਦਿੱਤਾ ਗਿਆ, ਪ੍ਰੈਜ਼ੀਡੈਂਟ ਲਗਾਤਾ। ਤੇ ਉਹੀ ਪ੍ਰੈਜ਼ੀਡੈਂਟ ਜਿਹੜਾ ਹੈ ਕੀ ਦੇਖੇਗਾ, ਬੋਰਡ ਆਫ ਕੰਟਰੋਲ ਸਾਰੇ ਸਿਵਲ, ਮਿਲਟਰੀ ਤੇ ਰੈਵਨਿਊ ਅਫੇਅਰਸ ਦੇਖ ਰਿਹਾ ਈਸਟ ਇੰਡੀਆ ਕੰਪਨੀ ਦੇ। ਤਾਂ ਇਹ ਤਾਂ ਬਿਲਕੁਲ ਹੀ ਨਹੀਂ ਕਹਿ ਸਕਦੇ ਕਿ ਈਸਟ ਇੰਡੀਆ ਕੰਪਨੀ ਇੰਡੀਆ 'ਚ ਕੀ ਕਰ ਰਹੀ ਹੈ, ਇੰਡੀਆ ਨੂੰ ਕਿਵੇਂ ਲੁੱਟ ਰਹੀ ਹੈ। ਇਹ ਬ੍ਰਿਟੇਨ ਦੀ ਹਕੂਮਤ ਨੂੰ ਨਹੀਂ ਸੀ ਪਤਾ ਉਸ ਟਾਈਮ ਦੀ, ਠੀਕ ਹੈ ਜੀ। ਚਲੋ ਜੀ ਅੱਗੇ ਗੱਲ ਕਰਦੇ ਹਾਂ ਆਪਾਂ ਸੈਕਟਰੀ ਆਫ ਸਟੇਟ ਬਣਾਉਣ ਤੋਂ ਬਾਅਦ। ਆਪਾਂ ਪਿੱਛੇ ਡਿਫੈਕਟ ਕਰ ਚੁੱਕੇ ਹਾਂ 1773 ਐਕਟ ਦੇ, ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਜਿਹੜੇ ਗਵਰਨਰ ਜਨਰਲ ਸੀਗੇ ਉਹਨਾਂ ਦੀ ਪਾਵਰ ਬਹੁਤ ਘੱਟ ਗਈ ਸੀ। ਤਾਂ ਉਹਨਾਂ ਦੀ ਪਾਵਰ ਨੂੰ ਥੋੜਾ ਕੁਝ ਹੱਦ ਤੱਕ ਆਪਾਂ ਕੀ ਕਰਾਂਗੇ, ਰਿਸਟੋਰ ਕੀਤਾ ਜਾਏਗਾ। ਆਪਾਂ ਦੇਖਾਂਗੇ ਇੱਥੇ ਇਹ ਗਵਰਨਰ ਜਨਰਲ ਦੀ ਜਿਹੜੀ ਕਾਉਂਸਿਲ ਸੀ ਉਹਦੇ ਮੈਂਬਰ ਨੂੰ ਕੀ ਕਰਤਾ, 3 ਕਰਤੇ 4 ਤੋਂ, ਠੀਕ ਹੈ ਜੀ। 3 ਮੈਂਬਰ ਤੋਂ 4 ਮੈਂਬਰ ਤੋਂ 3 ਮੈਂਬਰ ਕਰਤੇ, ਇੱਕ ਮੈਂਬਰ ਕੀ ਕਰਤਾ, ਰਿਡਿਊਸ ਕਰਤਾ। ਹੁਣ ਹੋ ਕੀ ਰਿਹਾ ਇੱਥੇ, ਇੱਕ ਤਾਂ ਗਵਰਨਰ ਜਨਰਲ ਖੁਦ ਹੋ ਗਿਆ, 3 ਮੈਂਬਰ ਉਹਦੇ ਹੋਰ ਹੋ ਗਏ ਜੀ। ਟੋਟਲ ਮੈਂਬਰ ਹੋ ਗਏ ਕਿੰਨੇ, 4 ਦੇ ਵਿੱਚੋਂ ਹੁਣ ਜੇ ਗੱਲ ਕਰੀਏ ਵੋਟਿੰਗ ਕਿਵੇਂ ਕਰੀਏ, 4 ਦੇ ਉੱਪਰ ਕੋਈ ਮਤਾ ਪਾਸ ਕਰਨਾ ਹੈ, ਕੋਈ ਯੈਸ ਕਹਿ ਰਿਹਾ, ਕੋਈ ਨੋ ਕਹਿ ਰਿਹਾ, ਕੋਈ ਹਾਂ ਕਹਿ ਰਿਹਾ, ਕੋਈ ਨਾ ਕਹਿ ਰਿਹਾ। 4 ਦੇ ਵਿੱਚੋਂ ਤਾਂ ਵੋਟਿੰਗ ਕਿਵੇਂ ਹੋ ਸਕਦੀ ਹੈ, ਜਾਂ ਕੋਈ 3-1 ਹੋਣਗੇ, ਜੇ 2-2 ਹੋ ਗਏ ਫਿਰ ਦੋਵੇਂ ਪਾਸੇ ਹੋ ਗਏ, 2 ਪਾਸੇ ਹੋ ਗਏ। ਗਵਰਨਰ ਜਨਰਲ ਨੇ ਇੱਕ ਬੰਦੇ ਦੀ ਵੋਟ ਆਪਣੇ ਨਾਲ ਲੈ ਲਈ, 2 ਵੋਟਾਂ ਹੋ ਗਈਆਂ ਇਹਨਾਂ ਦੇ ਕੋਲ, 2 ਦੂਜੇ ਪਾਸੇ ਹੋ ਗਏ, 2 ਯੈਸ ਕਹਿ ਰਹੇ ਨੇ, 2 ਨੋ ਕਹਿ ਰਹੇ ਨੇ। ਤਾਂ ਇਹ ਤਾਂ ਫਿਰ ਡੈਡਲੌਕ ਹੋ ਗਿਆ, ਫਿਰ ਫਸ ਗਏ ਇੱਥੇ। ਤਾਂ ਇੱਥੇ ਆਪਾਂ ਦੇਖਾਂਗੇ ਕਿ ਪਿਟਸ ਇੰਡੀਆ ਐਕਟ, ਜਿਹਨੂੰ ਆਪਾਂ 1784 ਦਾ ਐਕਟ ਵੀ ਕਹਿੰਦੇ ਆ, ਇੱਥੇ ਗਵਰਨਰ ਜਨਰਲ ਨੂੰ ਤਾਕਤ ਦਿੱਤੀ ਜਾਏਗੀ। ਕਿਸ ਦੀ ਪਾਵਰ ਦਿੱਤੀ ਜਾਏਗੀ, ਇਹਨਾਂ ਨੂੰ ਪਾਵਰ ਦਿੱਤੀ ਜਾਏਗੀ, ਪਾਵਰ ਆਫ ਕਾਸਟਿੰਗ ਵੋਟ, ਠੀਕ ਹੈ ਜੀ। ਪਾਵਰ ਯਾਦ ਰੱਖਿਓ ਕਾਸਟਿੰਗ ਵੋਟ ਹੈ। ਕਾਸਟਿੰਗ ਵੋਟ ਦਾ ਕੀ ਮਤਲਬ ਹੋਏਗਾ, ਜੇ ਕਿਸੇ ਕੇਸ ਦੇ ਵਿੱਚ ਕੀ ਹੋ ਜਾਏ, ਡੈਡਲੌਕ ਹੋ ਜਾਏ, ਦੋਨੋਂ ਪਾਸੇ 2-2 ਵੋਟਾਂ ਪੈ ਜਾਣ, ਤਾਂ ਜਿਹੜੇ ਪਾਸੇ ਵੀ ਗਵਰਨਰ ਜਨਰਲ ਦੀ ਵੋਟ ਹੋਏਗੀ, ਜੇ ਉਹਨੇ ਯੈਸ ਕੀਤੀ ਹੈ ਤਾਂ ਉਹਨੂੰ ਯੈਸ ਮੰਨਿਆ ਜਾਏਗਾ, ਜੇ ਉਹਨੇ ਨੋ ਕੀਤੀ ਹੈ ਤਾਂ ਉਹਨੂੰ ਨੋ ਮੰਨਿਆ ਜਾਏਗਾ। ਕਲੀਅਰ। ਚਲੋ ਜੀ, ਮਤਲਬ ਕਿ ਕੁਝ ਹੱਦ ਤੱਕ ਗਵਰਨਰ ਜਨਰਲ ਨੂੰ ਐਗਜ਼ੀਕਿਊਟਿਵ ਕਾਉਂਸਿਲ ਦੇ ਨਾਲ ਕੀ ਕੀਤਾ ਗਿਆ, ਥੋੜੀ ਜਿਹੀ ਪਾਵਰ ਉਹਦੀ ਵਧਾਈ ਗਈ, ਕਿਉਂਕਿ ਐਗਜ਼ੀਕਿਊਟਿਵ ਕਾਉਂਸਿਲ ਦਾ ਇੱਕ ਮੈਂਬਰ ਜਿਹੜਾ ਸੀ ਆਪਾਂ ਘਟਾ ਲਿਆ, ਠੀਕ ਹੈ ਜੀ। ਚਲੋ ਜੀ ਤੀਜਾ ਡਿਫੈਕਟ ਦੀ ਗੱਲ ਕਰਾਂਗੇ ਤਾਂ ਆਪਾਂ ਤੀਜਾ ਡਿਫੈਕਟ ਪੜਿਆ ਸੀ ਕਿ ਜਿਹੜਾ ਮਦਰਾਸ ਤੇ ਬੰਬੇ ਦੇ ਗਵਰਨਰ ਨੇ ਉਹ ਗੱਲ ਹੀ ਨਹੀਂ ਸੀ ਮੰਨਦੇ, ਉਹ ਤਾਂ ਅਜੇ ਵੀ ਆਪਣੇ ਆਪ ਨੂੰ ਇੰਡੀਪੈਂਡੈਂਟ ਹੀ ਕਹਿ ਰਹੇ ਸੀ। ਤਾਂ ਯਾਦ ਰੱਖਿਓ ਪਿਟਸ ਇੰਡੀਆ ਐਕਟ ਦੇ ਵਿੱਚ 1784 ਦੇ ਵਿੱਚ ਜਿਹੜੇ ਗਵਰਨਰ ਸੀਗੇ ਕਿੱਥੋਂ ਦੀ ਪ੍ਰੈਜ਼ੀਡੈਂਸੀਜ਼ ਦੇ, ਬੰਬੇ ਦੀ ਤੇ ਮਦਰਾਸ ਦੀ, ਦੇ ਵਰ ਡਿਪਰਾਈਵਡ ਆਫ देयर ਇੰਡੀਪੈਂਡੈਂਟ ਪਾਵਰਸ, ਉਹਨਾਂ ਦੀ ਸਾਰੀ ਇੰਡੀਪੈਂਡੈਂਟ ਪਾਵਰ ਖਤਮ। ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਤੁਹਾਡੀ ਕੋਈ ਇੰਡੀਪੈਂਡੈਂਟ ਪਾਵਰ ਨਹੀਂ ਹੈਗੀ, ਤੁਸੀਂ ਡਾਇਰੈਕਟਲੀ ਕਿਹਦੇ ਅੰਡਰ ਹੋ, ਸਬਆਰਡੀਨੇਟ ਹੋ ਗਵਰਨਰ ਜਨਰਲ ਆਫ ਬੰਗਾਲ ਦੇ। ਕਲੀਅਰ। ਚਲੋ ਜੀ ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਪੁਆਇੰਟ 1784 ਦੇ ਐਕਟ ਦਾ, ਤਾਂ ਯਾਦ ਰੱਖਿਓ ਇਸ ਐਕਟ ਦੇ ਵਿੱਚ ਪਹਿਲੀ ਵਾਰ ਕੀ ਜੇ ਕਿਹਾ ਜਾਏਗਾ, ਜਿੰਨਾ ਵੀ ਏਰੀਆ ਈਸਟ ਇੰਡੀਆ ਕੰਪਨੀ ਦੇ ਕੋਲ ਹੈ 1784 ਤੱਕ, ਠੀਕ ਹੈ ਜੀ। ਅਜੇ ਇਹਨਾਂ ਨੇ ਪੰਜਾਬ ਨਹੀਂ ਜਿੱਤਿਆ, ਸਿੰਧ ਨਹੀਂ ਜਿੱਤਿਆ, ਕਿਤੇ ਨਹੀਂ ਆਏ ਉੱਪਰਲੇ ਪਾਸੇ, ਪਰ ਜਿੰਨਾ ਵੀ ਏਰੀਆ ਇਹਨਾਂ ਦੇ ਕੋਲ ਸੀ ਈਸਟ ਇੰਡੀਆ ਕੰਪਨੀ ਦੇ ਕੋਲ, ਉਹਨੂੰ ਬ੍ਰਿਟੇਨ ਦੀ ਪਾਰਲੀਮੈਂਟ ਨੇ ਕਿਹਾ ਕਿ ਅੱਜ ਤੋਂ ਬਾਅਦ ਇਹਨੂੰ ਕੀ ਕਿਹਾ ਜਾਏਗਾ, ਇਹਨੂੰ ਕਿਹਾ ਜਾਏਗਾ ਬ੍ਰਿਟਿਸ਼ ਪੋਜੈਸ਼ਨ, ਠੀਕ ਹੈ ਜੀ। ਇਹ ਸਾਡੀ ਹੀ ਚੀਜ਼ ਹੈ, ਜਿਹਦੇ ਕੰਟਰੋਲ ਕੌਣ ਕਰ ਰਿਹਾ, ਜਿਹਨੂੰ ਐਡਮਿਨਿਸਟਰ ਈਸਟ ਇੰਡੀਆ ਕੰਪਨੀ ਕਰ ਰਹੀ ਹੈ, ਪਰ ਹੈ ਸਾਡਾ ਹੀ। ਤਾਂ ਮਤਲਬ ਕਿ ਕਿੰਨਾ ਦਾ ਡਾਇਰੈਕਟਲੀ ਕੰਟਰੋਲ ਸੀਗਾ, ਡਾਇਰੈਕਟਲੀ ਪਲਾਨ ਕੀਤਾ ਜਾ ਰਿਹਾ ਸੀ ਬ੍ਰਿਟੇਨ ਦੀ ਪਾਰਲੀਮੈਂਟ ਤੋਂ ਕਿ ਇੰਡੀਆ ਦੇ ਉੱਪਰ ਅਗਲਾ ਲੜਾਈ ਕੀ ਕਰਨੀ ਹੈ ਤੇ ਅਗਲੀ ਕੋਈ ਪਾਲਿਸੀ ਲੈ ਕੇ ਆਣੀ ਤਾਂ ਉਹ ਕਿਵੇਂ ਲੈ ਕੇ ਆਣੀ, ਇੰਡੀਆ ਨੂੰ ਲੁੱਟਣਾ ਕਿਵੇਂ ਹੈ, ਇੰਡੀਆ ਨੂੰ ਲੁੱਟਣਾ ਕਿਵੇਂ ਹੈ, ਇੱਥੋਂ ਦੇ ਕਿਸਾਨਾਂ ਨੂੰ ਕਿਵੇਂ ਲੁੱਟਣਾ ਹੈ, ਇੱਥੋਂ ਦੀ ਜ਼ਮੀਨ ਨੂੰ ਉਪਜਾਊ ਤੋਂ ਅਜੇ ਗਈ ਹੈ ਤਾਂ ਇਨਫਰਟਾਈਲ ਕਿਵੇਂ ਬਣਾਉਣਾ ਹੈ, ਠੀਕ ਹੈ ਜੀ। ਉਹ ਸਭ ਕੁਝ ਪਲਾਨ ਕੀਤਾ ਜਾਏਗਾ। ਇਹ ਕੀ ਕੌਣ ਕਰੇਗਾ, ਬ੍ਰਿਟੇਨ ਦੀ ਹਕੂਮਤ ਕਰੇਗੀ, ਬ੍ਰਿਟੇਨ ਦੀ ਪਾਰਲੀਮੈਂਟ ਕਰੇਗੀ। ਕਲੀਅਰ। ਚਲੋ ਜੀ ਨੈਕਸਟ ਗੱਲ ਕਰਦੇ ਹਾਂ ਆਪਾਂ। ਇੱਥੇ ਜੀ ਹੁਣ ਕਨਫਿਊਜ਼ਨ ਹੋ ਜਾਂਦੀ ਹੈ ਬੱਚਿਆਂ ਨੂੰ
कि सर एक तो होंगी है कास्टिंग वोट तो एक होंगी है ओवरराइडिंग पावर। हुण देखो जी, जे आप गल करिए कास्टिंग वोट की, तो कास्टिंग वोट आप पढ़ के आए हो। कास्टिंग वोट का यह मतलब है कि जे 4 मैंबर ने, 4 दे विचों 2-2 की हो जाए वोटिंग हो जाए, तो जिस साइड भी की होएगी गवर्नर जनरल ऑफ बंगाल ने वोट की होएगी तो वह पार्टी की मनी जाएगी, जेतू मनी जाएगी। सपोज कर लो गवर्नर जनरल ने यस कहती तो वह बिल जोड़ा है कि मन्या जाएगा, यस मन्या जाएगा। जो गवर्नर जनरल ने नो कहती तो उन्होंने नो मन्या जाएगा। इस चीज़ को आप कहने, इस चीज़ को कहना कास्टिंग वोट, ठीक है जी। पर दूजे पासे की गल करांगे ओवरराइडिंग पावर। ओवरराइडिंग पावर जिहड़ी है ये गवर्नर जनरल को मिलेगी 1786 दे विच। 1784 दे विच कास्टिंग पावर मिलेगी, 86 दे विच अगे जाके की मिलेगी, ओवरराइडिंग पावर मिलेगी। ओवरराइडिंग का मतलब होएगा कि कुछ स्पैसीफिक कंडीशनस दे विच कोई स्पैशली एमरजेंसी कोई कंडीशन होगी जिहदे विच गवर्नर जनरल को लग रहा है कि उन्होंने जरूरत नहीं, कुछ एमरजेंसी हो गया तो वह जो है काउंसिल को नहीं जाएगा। ये नहीं है कि काउंसिल तो वोट इकट्ठे करेगा, नहीं, उत्थे गवर्नर जनरल को की कहा जाएगा कि थोड़े कोल पावर है कि ओवरराइडिंग पावर। ओवरराइडिंग पावर का मतलब एक पासे कल्ला ही गवर्नर जनरल है तो दूजे पासे जो गल करिए सारी की सारी काउंसिल खड़ी है तो भी ओवरराइडिंग पावर है, तो इनू किनू मन्या जाएगा, गवर्नर जनरल को ही मन्या जाएगा, उन्होंने ही गल मनी जाएगी। क्लीयर, इनू कहते हैं आप ओवरराइडिंग पावर कि काउंसिल एक पासे से, मेजोरिटी एक पासे से, पर उन्होंने ओवरराइड करता। क्लीयर है जी। तो याद रखियो ओवरराइडिंग पावर 1786 दे विच मिलेगी, पर कास्टिंग वोट की पावर 1784 दे विच मिलेगी, जिन्होंने आप पिट्स इंडिया एक्ट भी कहते हैं। क्लीयर है जी। चलो जी नैक्सट आप देखते हैं चार्टर एक्ट ऑफ 1793, ठीक है जी। हुण चार्टर एक्ट ऑफ 1793 दे विच आपां की चीज़ पॉइंट्स याद रखने ने। देखो सब तो पहले तो कंपनी नूं अगले 20 साल होर ट्रेड करन दी की देती, परमिशन देती ब्रिटेन की हुकूमत ने। उन्होंने कहा कि अगले 20 साल तुसीं ही ट्रेड करोगे, तुहाडे तो इलावा होर कोई कंपनी आके ट्रेड इंडिया दे नाल या इंडिया तो ईस्ट वाली साइड नहीं करेगी। क्लीयर। चलो जी उस तो बाद आपां नूं ये पता है कि इत्थे की होने वाला है, इंडिया नूं लुटना शुरू करना है। तो इंडिया नूं किस तरीके नाल लुटिया जा सकता है, इंडिया नूं किस तरीके नाल लुटिया जा सकता है। पर सबनूं पता है कि बोर्ड ऑफ कंट्रोल पिट्स इंडिया एक्ट दे विच बनाया गया बोर्ड ऑफ कंट्रोल। काम की है, ईस्ट इंडिया नाल कंपनी नाल काम है कि इंडिया का कोई काम कर रहे हैं, साडे भले लिए कोई काम कर रहे हैं, बोर्ड ऑफ कंट्रोल नहीं कर रहे। पर इन्हां दी सैलरी, इन्हां दे जिन्ने भी मैंबर होणगे उन्हां दे टोटल जिन्ना भी खर्चा होएगा सारा कौन दे रही है, कंपनी देगी। बैठे कितने हुए ने ਜਿਹੜੇ बोर्ड ऑफ कंट्रोल के सैक्रटरी ऑफ स्टेट जिन्होंने आप कहेंगे बोर्ड ऑफ कंट्रोल के प्रेजिडेंट ने लंडन च बैठे ने, पर सैलरी कितों की लैनी है, इनकम कितों की है उन्होंने आ रही है जी, इंडिया तो आ रही है। क्यों आ रही है, क्योंकि जो मैं बोर्ड ऑफ कंट्रोल का की हाँ प्रेजिडेंट हाँ, तो मतलब कि किस भी तरीके नाल, जिस मर्जी तरीके नाल आपां कहिए ब्रिटेन नूं जो भी तरीका लभ्या उन्हें इंडिया नूं लुट्टण दी की कीती, तैयारी की, जिथों भी पैसे हो सके उन्होंने कढ़ाए। ठीक है जी। नैक्सट इंपॉर्टेंट प्रोविजन याद रखियो, कई बार पूछ लीती जाती है पेपरों के कि किहड़े एक्ट दे नाल, एज इट इज़ ही तुहानूं क्वेश्चन पूछ लिया जाए किहड़े एक्ट दे नाल तुसीं दसो कि ईस्ट इंडिया कंपनी नूं पावर मिल गई सी कि वह की कर सकती है, लाइसेंस इशू कर सकती है। पहला तो सिर्फ ईस्ट इंडिया कंपनी ही की कर सकती सी, जे गल करिए ट्रेड कर सकती सी इंडिया तो इंडिया के ईस्ट दे विच। ठीक है जी। इंडिया की जो गल करते हैं आ गया इंडिया अपना, तो इंडिया के ईस्ट दे विच क्योंकि इधरों की ही थोड़ा जो ट्रेड आता सी, चाइना का ट्रेड आता सी। ठीक है जी। हुण ईस्ट इंडिया कंपनी नूं पावर इशू कर दी गई कि तुसीं की करो, लाइसेंस इशू कर दो। किसी इंडिविजुअल नूं देना है, किसी कंपनी नूं देना है, तुहाडे उपर है। जे इंडिया नाल ट्रेड करो, किसी होर नूं भी करवाना चाहते हो अपने तो इलावा, तो तुसीं ट्रेड दा की दे सकते हो, लाइसेंस दे सकते हो। क्लीयर। तो 3 पॉइंट्स ने जी याद रखियो। चार्टर एक्ट ऑफ 1793 अगले 20 साल लिए ईस्ट इंडिया कंपनी नूं की दी गई, परमिशन दे दी गई कि तुसीं ट्रेड करो। ठीक है जी। हुण अगले 20 साल बाद आप देखते हैं होर की होएगा। तो अगले 20 साल बाद आप आवांगे चार्टर एक्ट ऑफ 1813। 1793 तो बाद 20 साल कंप्लीट होए, 1813 के फिर तो आगे चार्टर एक्ट, फिर ईस्ट इंडिया कंपनी किहदे कोल गई, क्वीन कोल गई, क्राउन कोल गई कि सर सानू होर 20 साल की परमिशन दे दो। तो 20 साल की परमिशन दे विच चार्टर एक्ट के 1813 के की कीता, जे गल करिए क्वीन ने जिहड़ा क्राउन है उन्हें कुछ प्रोविजनस लिखियां वो याद रखनी है। सब तो पहली गल पिछली जिन्ने भी चार्टर एक्ट हुए ने, मतलब कि आप गल करिए 1813 तो लैके हुण तक सिर्फ तो सिर्फ इंडिया दे विच ट्रेड कौन करेगा, तो इंडिया दे विच ट्रेड सिर्फ ईस्ट इंडिया कंपनी कर रही सी, उस तो इलावा होर कोई कंपनी नहीं कर रही सी। होर कोई कंपनी करेगी भी तो उन्होंने भी लाइसेंस जिहड़ा है किस तो लेना पएगा, ईस्ट इंडिया कंपनी तो ही लेना पएगा। क्लीयर है जी, इन्नी गल क्लीयर है। चलो जी हुण गल करते हैं 1813। हुण 1813 जो आप पढ़ते हैं तब थोड़ा जिहा ना पिछे भी लैक्चर जिहड़े ने रिवाइज करते हैं आपां नूं पता है कि 1800 जो स्टार्टिंग होएगी तो राइज ऑफ नैपोलियन शुरू हो जाएगा। 1809 ਦੇ ਵਿੱਚ ਆਪਾਂ पढ़िया सी कि ट्रीटी होएगी सिंध ਦੇ ਨਾਲ अलग तो ट्रीटी होएगी, पंजाब ਦੇ ਨਾਲ अलग तो ट्रीटी होएगी। ठीक है जी। पंजाब वाली ट्रीटी ਨੂੰ ਆਪਾਂ ਕੀ कहते हैं, ट्रीटी ऑफ अमृतसर। सिंध वाली ट्रीटी ਨੂੰ ਆਪਾਂ ਕੀ कहते हैं, ट्रीटी ऑफ एटर्नल फ्रेंडशिप। मतलब कि नैपोलियन राइज कर रहा है,
ਨੈਪੋਲੀਅਨ ਦੀ ਲੜਾਈ ਹੋ ਰਹੀ ਹੈ ਬ੍ਰਿਟੇਨ ਦੇ ਨਾਲ। ਜਦੋਂ ਜੰਗ ਲੱਗ ਰਹੀ ਕਿਤੇ ਯੂਰਪ ਦੇ ਵਿੱਚ ਤਾਂ ਕਿਤੇ ਨਾ ਕਿਤੇ ਉੱਥੇ ਦੇ ਜਿਹੜੇ ਵਪਾਰੀ ਹੋਣਗੇ ਉਹਨਾਂ ਦਾ ਵਪਾਰ ਜਿਹੜਾ ਕੀ ਹੈ ਘਟ ਗਿਆ। ਜਦੋਂ ਉਹਨਾਂ ਦਾ ਵਪਾਰ ਘਟ ਗਿਆ ਪਰ ਈਸਟ ਇੰਡੀਆ ਕੰਪਨੀ ਇੰਡੀਆ 'ਚ ਬੈਠੀ ਹੈ, ਇਹਨਾਂ ਨਾਲ ਕੋਈ ਇਹਨਾਂ ਦਾ ਆਪਾਂ ਕਹਿ ਸਕਦੇ ਵਪਾਰ ਨਹੀਂ ਘਟਿਆ ਇਸ ਨਾਲ, ਤਾਂ ਕਿਤੇ ਨਾ ਕਿਤੇ ਉੱਥੋਂ ਦੀ ਬ੍ਰਿਟੇਨ ਦੀ ਜਿਹੜੀ ਹਕੂਮਤ ਹੋਏਗੀ ਉਹਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਹੋਏਗਾ ਕਿ ਸਿਰਫ ਈਸਟ ਇੰਡੀਆ ਕੰਪਨੀ ਹੀ ਕਿਉਂ ਟ੍ਰੇਡ ਕਰ ਰਹੀ ਹੈ ਇੰਡੀਆ ਦੇ ਨਾਲ, ਸਾਨੂੰ ਵੀ ਤਾਂ ਟ੍ਰੇਡ ਕਰਨ ਦਾ ਮੌਕਾ ਮਿਲੇ। ਜਿਹੜੇ ਪੈਸੇ ਲੈ ਕੇ ਈਸਟ ਇੰਡੀਆ ਕੰਪਨੀ ਉੱਥੇ ਜਾ ਕੇ ਆਪਾਂ ਕਹਿ ਸਕਦੇ ਕਿ ਲੋਕਾਂ ਨੂੰ ਦਿਖਾ ਰਹੀ ਹੋਈ ਕਿ ਦੇਖੋ ਸਾਨੂੰ ਕਿੰਨਾ ਪ੍ਰੋਫਿਟ ਹੈ। ਜਿਹੜੇ ਉੱਥੇ ਦੇ ਬਾਕੀ ਵਪਾਰੀ ਨੇ ਜਿਹੜੇ ਈਸਟ ਇੰਡੀਆ ਕੰਪਨੀ ਦੇ ਨਾਲ ਨਹੀਂ ਜੁੜੇ ਹੋਏ, ਕਿਤੇ ਨਾ ਕਿਤੇ ਉਹ ਹੁਣ ਕੁਈਨ ਤੇ ਕੀ ਕਰਨਗੇ, ਉੱਥੋਂ ਦੀ ਹਕੂਮਤ ਤੇ ਪ੍ਰੈਸ਼ਰ ਪਾਉਣਗੇ ਕਿ ਸਾਨੂੰ ਵੀ ਟ੍ਰੇਡ ਕਰਨ ਦਾ ਕੀ ਮਿਲੇ, ਮੌਕਾ ਦਿੱਤਾ ਜਾਵੇ। ਠੀਕ ਹੈ ਜੀ। ਤਾਂ ਸਭ ਤੋਂ ਪਹਿਲੀ ਪ੍ਰੋਵੀਜ਼ਨ ਜਿਹੜੀ ਆਪਾਂ 1813 ਦੀ ਯਾਦ ਰੱਖਣੀ ਹੈ, ਤਾਂ ਯਾਦ ਰੱਖਿਓ ਈਸਟ ਇੰਡੀਆ ਕੰਪਨੀ ਦੀ ਇੱਥੇ ਕੀ ਕਰ ਦਿੱਤੀ ਗਈ, ਮੋਨੋਪੋਲੀ ਖਤਮ ਕਰ ਦਿੱਤੀ ਗਈ। ਮੋਨੋਪੋਲੀ ਦਾ ਮਤਲਬ ਸਿਰਫ ਈਸਟ ਇੰਡੀਆ ਕੰਪਨੀ ਜਿਹੜੀ ਹੈ ਹੁਣ ਇੰਡੀਆ ਦੇ ਨਾਲ ਟ੍ਰੇਡ ਨਹੀਂ ਕਰੇਗੀ। ਮਤਲਬ ਕਿ ਇੰਡੀਆ ਦੀ ਜਿਹੜੀ ਮਾਰਕੀਟ ਹੈ ਉਹ ਸਾਰੇ ਟ੍ਰੇਡਰਸ ਲਈ ਓਪਨ ਕਰ ਦਿੱਤੀ ਗਈ। ਕਲੀਅਰ। ਪਰ ਇੱਥੇ ਚੀਜ਼ ਜਿਹੜੀ ਯਾਦ ਰੱਖਣੀ ਹੈ ਉਹ ਇਹ ਯਾਦ ਰੱਖਣੀ ਹੈ ਕਿ ਈਸਟ ਇੰਡੀਆ ਕੰਪਨੀ ਦੀ ਜਿਹੜੀ ਮੋਨੋਪੋਲੀ ਸੀ ਖਤਮ ਹੋਈ, ਟੋਟਲੀ ਖਤਮ ਨਹੀਂ ਹੋਈ, ਪੂਰੀ ਮੋਨੋਪੋਲੀ ਖਤਮ ਨਹੀਂ ਕੀਤੀ ਗਈ। ਠੀਕ ਹੈ ਜੀ। ਈਸਟ ਇੰਡੀਆ ਕੰਪਨੀ ਨੂੰ ਦੋ ਹੀ ਚੀਜ਼ਾਂ ਦੇ ਵਿੱਚ ਕੀ ਕੀਤਾ ਗਿਆ, ਅਲਾਉ ਕਰਤਾ ਕਿ ਕਹਿੰਦੇ ਇੱਕ ਤਾਂ ਜੇ ਤੁਸੀਂ ਚਾਹ ਦਾ ਵਪਾਰ ਕਰਨਾ ਹੈ, ਚਾਹ ਦਾ ਇੰਪੋਰਟ ਐਕਸਪੋਰਟ ਕਰਨਾ ਹੈ ਕਰੋ, ਦੂਜਾ ਜੇ ਤੁਸੀਂ ਚਾਈਨਾ ਨਾਲ ਟ੍ਰੇਡ ਕਰਨਾ ਹੈ, ਇਹਨਾਂ ਦੋ ਦੇ ਵਿੱਚ ਕੀ ਹੈ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਅਜੇ ਵੀ ਸੀ। ਇਸ ਤੋਂ ਇਲਾਵਾ ਬਾਕੀ ਸਾਰੀ ਜਿੰਨੀਆਂ ਵੀ ਆਪਾਂ ਕਹਾਂਗੇ ਕਿ ਟ੍ਰੇਡ ਹੋ ਰਿਹਾ ਸੀ ਉਹਦੇ ਵਿੱਚ ਓਪਨ ਕਰ ਦਿੱਤਾ ਗਿਆ ਕਿ ਇੰਡੀਆ ਦੇ ਨਾਲ ਜਿਹੜਾ ਮਰਜ਼ੀ ਆਏ ਹੁਣ ਟ੍ਰੇਡ ਕਰਨਾ ਸ਼ੁਰੂ ਕਰ ਦੇ। ਕਲੀਅਰ। ਤਾਂ ਯਾਦ ਰੱਖਿਓ 1813 ਕਈ ਵਾਰ ਕੁਐਸਚਨ ਪੁੱਛ ਲੈਂਦੇ ਨੇ, 1813 ਦੇ ਵਿੱਚ ਕੀ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਟੋਟਲੀ ਖਤਮ ਕਰਤੀ? ਤਾਂ ਟੋਟਲੀ ਨਹੀਂ ਸੀ ਕੀਤੀ, ਦੋ ਜਗ੍ਹਾ 'ਚ ਛੱਡ ਦਿੱਤੀ ਗਈ ਸੀ। ਇੱਕ ਟ੍ਰੇਡ ਕਰਨਾ ਜਿਹੜਾ ਟੀ ਦੇ ਨਾਲ, ਦੂਜਾ ਟ੍ਰੇਡ ਜਿਹੜਾ ਹੈਗਾ ਚਾਈਨਾ ਦੇ ਨਾਲ, ਉੱਥੇ ਈਸਟ ਇੰਡੀਆ ਕੰਪਨੀ ਦੀ ਅਜੇ ਵੀ ਮੋਨੋਪੋਲੀ ਸੀ। ਠੀਕ ਹੈ ਜੀ। ਚਲੋ ਜੀ, ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਇਸ ਐਕਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕੰਪਨੀ ਨੂੰ ਕਿਹਾ ਗਿਆ ਕਿ ਤੁਸੀਂ ਹਰ ਸਾਲ 1 ਲੱਖ ਰੁਪਏ ਜਿਹੜਾ ਅਲੱਗ ਤੋਂ ਰੱਖਣਾ ਹੈ। ਕਿਉਂ ਅਲੱਗ ਤੋਂ ਰੱਖਣਾ ਹੈ? ਇੰਡੀਅਨਸ ਦੀ ਐਜੂਕੇਸ਼ਨ ਦੇ ਲਈ। ਠੀਕ ਹੈ ਜੀ। ਇੰਡੀਅਨਸ ਦੀ ਐਜੂਕੇਸ਼ਨ ਦੇ ਲਈ 1 ਲੱਖ ਅਲੱਗ ਤੋਂ ਰੱਖਣਾ ਹੈ। ਇਹ ਆਪਾਂ ਐਜੂਕੇਸ਼ਨ ਵਾਲੇ ਚੈਪਟਰ ਦੇ ਵਿੱਚ ਅਲੱਗ ਤੋਂ ਪੜਾਂਗੇ ਕਿ ਇੰਡੀਆ ਦੀ ਐਜੂਕੇਸ਼ਨ ਕਿਵੇਂ ਇਵੋਲਵ ਹੋਈ। ਠੀਕ ਹੈ ਜੀ। ਚਲੋ ਜੀ, ਨੈਕਸਟ ਗੱਲ ਕਰਦੇ ਹਾਂ। ਇੱਥੇ ਅਲਾਉ ਕੀਤਾ ਗਿਆ ਕ੍ਰਿਸਚਨ ਮਿਸ਼ਨਰੀਜ਼ ਨੂੰ ਕਿ ਇੰਡੀਆ ਦੇ ਵਿੱਚ ਆਓ ਤੇ ਲੋਕਾਂ ਨੂੰ ਕ੍ਰਿਸਚੈਨਿਟੀ ਦੇ ਵਿੱਚ ਕਨਵਰਟ ਕੀਤਾ ਜਾਏ। ਠੀਕ ਹੈ ਜੀ। ਹੁਣ ਪਹਿਲੀ ਵਾਰ ਐਕਟ ਦੇ ਵਿੱਚ ਲਿਖ ਦਿੱਤਾ ਗਿਆ ਕਿ ਕ੍ਰਿਸਚਨ ਮਿਸ਼ਨਰੀਜ਼ ਆਣਗੇ ਇੰਡੀਆ 'ਚ ਤੇ ਉਹ ਲੋਕਾਂ ਨੂੰ ਕ੍ਰਿਸਚੈਨਿਟੀ ਦੇ ਵਿੱਚ ਕਨਵਰਟ ਕਰਨਗੇ, ਆਪਣੇ ਰਿਲੀਜਨ ਨੂੰ ਜਿਹੜਾ ਹੈਗਾ ਕਹੀਏ ਤਾਂ ਪ੍ਰੀਚ ਕਰਨਗੇ। ਠੀਕ ਹੈ ਜੀ। ਇਹੀ ਵਜ੍ਹਾ ਹੋਏਗੀ ਅੱਗੇ ਜਾ ਕੇ ਆਪਾਂ ਦੇਖਾਂਗੇ ਇੱਥੇ 1813 ਦੇ ਵਿੱਚ ਅਲਾਉ ਕਰਤਾ ਇਹਨਾਂ ਨੇ ਕ੍ਰਿਸਚਨਸ ਆਣ, ਮਤਲਬ ਕਿ ਲੋਕਾਂ ਦਾ ਧਰਮ ਪਰਿਵਰਤਨ ਕਰਵਾਉਣਾ ਸ਼ੁਰੂ ਕਰਨਗੇ। ਇਹੀ ਵਜ੍ਹਾ ਤਾਂ ਹੋਏਗੀ ਅੱਗੇ ਜਾ ਕੇ ਆਪਾਂ ਦੇਖਾਂਗੇ 1857 ਦਾ ਰਿਵੋਲਟ, ਜਿਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਕੁਝ ਕੀ ਹੋਣਗੇ ਧਾਰਮਿਕ ਰੀਜ਼ਨ ਵੀ ਹੋਣਗੇ। ਉਹਨਾਂ ਦੇ ਵਿੱਚੋਂ ਇੱਕ ਰੀਜ਼ਨ ਇਹ ਹੋਏਗਾ ਕਿ ਅੰਗਰੇਜ਼ ਜਿਹੜੇ ਨੇ ਬਹੁਤ ਵੱਡੇ ਲੈਵਲ ਤੇ ਇੰਡੀਆ ਦੇ ਵਿੱਚ ਕ੍ਰਿਸਚੈਨਿਟੀ ਨੂੰ ਪ੍ਰਮੋਟ ਕਰ ਰਹੇ ਹੋਣਗੇ। ਕਲੀਅਰ ਹੈ ਜੀ। ਚਲੋ ਜੀ, ਨੈਕਸਟ ਗੱਲ ਕਰਦੇ ਆਪਾਂ 1813 ਦੇ ਐਕਟ ਤੋਂ ਬਾਅਦ ਆਪਣਾ ਅਗਲੇ 20 ਸਾਲ ਦਾ ਐਕਟ। ਹੁਣ ਜੇ ਗੱਲ ਕਰਾਂਗੇ ਅਗਲੇ 20 ਸਾਲ ਹੋ ਜਾਣਗੇ 1833 ਦੇ ਵਿੱਚ। ਹੁਣ ਮਤਲਬ ਕਿ 1833 ਦੇ ਵਿੱਚ ਈਸਟ ਇੰਡੀਆ ਕੰਪਨੀ ਫਿਰ ਕਿਹਦੇ ਕੋਲ ਚਲੀ ਗਈ? ਕਰਾਊਨ ਕੋਲ ਗਈ, ਬ੍ਰਿਟੇਨ ਦੀ ਹਕੂਮਤ ਕੋਲ ਗਈ ਕਿ ਸਰ ਸਾਨੂੰ ਅਗਲੇ 20 ਸਾਲ ਲਈ ਕੀ ਦੇ ਦਿਓ, ਅਗਲੇ 20 ਸਾਲ ਲਈ ਕੰਟਰੈਕਟ ਦੇ ਦਿਓ, ਅਸੀਂ ਟ੍ਰੇਡ ਕਰੀਏ। ਠੀਕ ਹੈ ਜੀ। ਪਰ ਆਪਾਂ ਨੂੰ ਇਹਨਾਂ ਪਤਾ ਹੈ ਕਿ ਹੁਣ ਈਸਟ ਇੰਡੀਆ ਕੰਪਨੀ ਜਿਹੜੀ ਹੈ ਇਹਦਾ ਟ੍ਰੇਡ ਮੋਨੋਪੋਲੀ ਨਹੀਂ ਹੈਗੀ। 1813 ਦੇ ਐਕਟ ਦੇ ਵਿੱਚ ਈਸਟ ਇੰਡੀਆ ਕੰਪਨੀ ਤੋਂ ਪਾਵਰਸ ਲੈ ਲਿੱਤੀਆਂ ਗਈਆਂ। ਕਲੀਅਰ। ਹੁਣ ਗੱਲ ਕਰਾਂਗੇ 1833 ਦੇ ਵਿੱਚ ਤਾਂ ਪਾਵਰਸ ਹੋਰ ਜ਼ਿਆਦਾ ਲੈ ਲਈਆਂ। ਆਪਾਂ ਸਟਾਰਟਿੰਗ ਦੇ ਵਿੱਚ ਹੀ ਪੜ੍ਹ ਕੇ ਆਏ ਸੀ, ਜੇ ਤੁਸੀਂ ਦੇਖੋਗੇ ਤਾਂ ਜਿੱਥੇ ਆਪਾਂ ਕੀਤਾ ਸੀ ਟ੍ਰਾਂਸਫਰ ਆਫ ਪਾਵਰ, ਤਾਂ ਆਪਾਂ ਇੱਥੇ ਦੇਖਿਆ ਸੀ ਕਿ ਬ੍ਰਿਟਿਸ਼ਰਸ ਜਿਹੜੇ ਨੇ, ਜਿਹੜੇ ਬ੍ਰਿਟੇਨ ਦੀ ਹਕੂਮਤ ਹੈ ਉਹ ਈਸਟ ਇੰਡੀਆ ਕੰਪਨੀ ਤੋਂ ਸਾਰੀ ਪਾਵਰ ਜਿਹੜੀ ਹੈ ਆਪਣੇ ਵੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰੇਗੀ। ਮਤਲਬ ਕਿ ਇਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ, ਇਸ ਪ੍ਰੋਸੈਸ ਨੂੰ ਆਪਾਂ ਕਹਿ ਦਿੰਦੇ ਹਾਂ ਸੈਂਟਰਲਾਈਜੇਸ਼ਨ। ਠੀਕ ਹੈ ਜੀ। ਸਾਰੀ ਜਿਹੜੀ ਤਾਕਤ ਹੈ ਉਹ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਕਰਾਊਨ ਜਿਹੜਾ ਹੈ ਆਪਣੇ ਕੋਲ ਇੱਕ ਬੰਦੇ ਕੋਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਠੀਕ ਹੈ ਜੀ। ਜੇ ਅੱਗੇ ਗੱਲ ਕਰੀਏ ਆਪਾਂ 1833 ਦੇ ਐਕਟ ਦੇ ਵਿੱਚ, ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਯਾਦ ਰੱਖਣੀ ਹੈ, ਇਸ ਐਕਟ ਨੇ 1833 ਦਾ ਟਾਈਮ ਆ ਗਿਆ ਤਾਂ 1833 ਦੇ ਵਿੱਚ ਮਰਾਠਾਸ ਜਿਹੜੇ ਨੇ ਹਾਰ ਚੁੱਕੇ ਨੇ, ਨੈਪੋਲੀਜ਼ ਵਾਰ, ਬਰਮੀਜ਼ ਵਾਰ ਹੋ ਚੁੱਕੀਆਂ। ਠੀਕ ਹੈ ਜੀ। ਅਨੈਕਸੇਸ਼ਨ ਆਫ ਅਜੇ ਸਿੰਧ ਹੋਣੀ ਹੈ। ਕਲੀਅਰ। ਚਲੋ ਜੀ, ਜੇ ਆਪਾਂ ਗੱਲ ਕਰੀਏ ਇਸ ਟਾਈਮ ਤਾਂ ਦੇਖਾਂਗੇ ਇੱਥੇ ਐਕਟ ਦੇ ਵਿੱਚ ਮੋਸਟ ਇੰਪੋਰਟੈਂਟ ਗਵਰਨਰ ਜਨਰਲ ਜਿਹੜੇ ਬੰਗਾਲ ਦੇ ਸੀ ਉਹਨਾਂ ਨੂੰ ਕੀ ਬਣਾ ਦਿੱਤਾ ਗਿਆ? ਉਹਨਾਂ ਨੂੰ ਬਣਾ ਦਿੱਤਾ ਗਿਆ ਗਵਰਨਰ ਜਨਰਲ ਆਫ ਇੰਡੀਆ। ਐਜ਼ ਇਟ ਇਜ਼ ਦੋ ਕੁਐਸਚਨ ਪਾਏ ਜਾ ਸਕਦੇ ਨੇ। ਜਾਂ ਤਾਂ ਪਹਿਲਾ ਕੁਐਸਚਨ ਤੁਹਾਨੂੰ ਮਿਲ ਜਾਏਗਾ ਕਿ ਦੱਸੋ ਕਿਹੜੇ ਐਕਟ ਦੇ ਨਾਲ ਗਵਰਨਰ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਬੰਗਾਲ ਬਣਾਤਾ? ਤਾਂ ਉਹ ਸਭ ਤੋਂ ਪਹਿਲਾ ਐਕਟ ਸੀਗਾ 1773 ਦਾ। ਨੈਕਸਟ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕਿਹੜੇ ਐਕਟ ਦੇ ਨਾਲ ਗਵਰਨਰ ਜਨਰਲ ਆਫ ਬੰਗਾਲ ਨੂੰ ਗਵਰਨਰ ਜਨਰਲ ਆਫ ਇੰਡੀਆ ਬਣਾਤਾ? ਤਾਂ ਯਾਦ ਰੱਖਿਓ ਚਾਰਟਰ ਐਕਟ ਆਫ 1833 ਨਾਲ। ਕਲੀਅਰ ਹੈ ਜੀ। ਤਾਂ ਜੇ 1833 ਦਾ ਟਾਈਮ ਹੈ ਤਾਂ ਇੱਥੇ ਆਪਾਂ ਦੇਖਾਂਗੇ ਕਿ ਤੁਹਾਡੇ ਹੋਣਗੇ ਵਿਲੀਅਮ ਬੈਂਟਿਕ ਦਾ ਟਾਈਮ ਚੱਲ ਰਿਹਾ ਹੈ।
ਤਾਂ ਆਪਾਂ ਇਸ ਲਈ ਹੀ ਕਹਿੰਦੇ ਹਾਂ ਕਿ ਵਿਲੀਅਮ ਬੈਂਟਿਕ ਕੌਣ ਹੋਣਗੇ? ਵਿਲੀਅਮ ਬੈਂਟਿਕ ਵਿਲ ਬੀ ਦੀ ਫਸਟ ਗਵਰਨਰ ਜਨਰਲ ਆਫ ਇੰਡੀਆ। ਜੇ ਪੁੱਛ ਲੈਣ ਫਸਟ ਗਵਰਨਰ ਜਨਰਲ ਆਫ ਬੰਗਾਲ ਤਾਂ ਉਹਦਾ ਆਂਸਰ ਤੁਹਾਡਾ ਬਣੇਗਾ ਵਾਰਨ ਹੇਸਟਿੰਗ। ਠੀਕ ਹੈ ਜੀ। ਚਲੋ ਜੀ, ਪਿਛਲੇ ਐਕਟ ਦੇ ਵਿੱਚ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਖਤਮ ਕੀਤੀ ਗਈ ਸੀ, ਸਾਰੀ ਨਹੀਂ ਸੀ ਖਤਮ ਕੀਤੀ, ਪਰ 1833 ਦੇ ਐਕਟ ਦੇ ਵਿੱਚ ਇਹਨਾਂ ਦੀ ਜਿਹੜੀ ਈਸਟ ਇੰਡੀਆ ਕੰਪਨੀ ਦੀ ਮੋਨੋਪੋਲੀ ਹੈ ਟੋਟਲੀ ਖਤਮ ਕਰ ਦਿੱਤੀ ਗਈ। ਕਿਤੇ ਨਾ ਕਿਤੇ ਤੁਹਾਨੂੰ ਦਿਖ ਰਿਹਾ ਹੋਵੇਗਾ ਕਿ ਜਿਹੜੀ ਤਾਕਤਾਂ ਨੇ ਈਸਟ ਇੰਡੀਆ ਕੰਪਨੀ ਕੋਲ ਅਜੇ ਤੱਕ ਜਿਹੜੀਆਂ ਤਾਕਤਾਂ ਸੀ ਉਹ ਸਾਰੀਆਂ ਕਰਾਊਨ ਆਪਣੇ ਵੱਲ ਲੈ ਰਿਹਾ। ਠੀਕ ਹੈ ਜੀ। ਪਹਿਲਾਂ ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਦੀ ਸਾਰੀ ਮੋਨੋਪੋਲੀ ਤੋੜੀ, ਉਸ ਤੋਂ ਬਾਅਦ ਚਾਹ ਤੇ ਜੇ ਗੱਲ ਕਰੀਏ ਚਾਈਨਾ ਦੇ ਟ੍ਰੇਡ 'ਚ ਉੱਤੇ ਛੱਡ ਦਿੱਤੀ ਸੀ, ਪਰ ਇਸ ਐਕਟ ਦੇ ਵਿੱਚ ਉਹ ਵੀ ਕੰਪਲੀਟ ਕਰਤੀ। ਠੀਕ ਹੈ ਜੀ। ਮਤਲਬ ਕਿ ਬਾਕੀ ਹੁਣ ਸਾਰਾ ਦਾ ਸਾਰਾ ਇੰਗਲੈਂਡ ਜਿਹੜਾ ਉਹ ਵੀ ਟ੍ਰੇਡ ਕਰ ਰਿਹਾ ਇੰਡੀਆ ਨਾਲ ਤੇ ਚਾਈਨਾ ਨਾਲ। ਫਿਰ ਫਾਇਦਾ ਕੀ ਹੈ ਈਸਟ ਇੰਡੀਆ ਕੰਪਨੀ ਬਣਾਏ ਦਾ? ਇਹ ਤਾਂ ਇੱਕ ਬਾਕੀਆਂ ਕੰਪਨੀਆਂ ਵਰਗੀ ਕੰਪਨੀ ਹੋਗੀ ਜਿਹੜੀ ਟ੍ਰੇਡ ਕਰਨਾ ਹੀ ਹੈ। ਕਿ ਇਹਦਾ ਪ੍ਰੋਫਿਟ ਵੀ ਜ਼ਿਆਦਾ ਹੋ ਰਹੇਗਾ? ਪ੍ਰੋਫਿਟ ਵੀ ਨਹੀਂ ਨਾ ਹੋ ਰਿਹਾ। ਤਾਂ ਮਤਲਬ ਕਿ 1833 ਦੇ ਐਕਟ ਨੇ ਈਸਟ ਇੰਡੀਆ ਕੰਪਨੀ ਜਿਹੜੀ ਇੱਕ ਪ੍ਰਾਈਵੇਟ ਕੰਪਨੀ ਸੀ, ਕਮਰਸ਼ੀਅਲ ਬੋਡੀ ਸੀ, ਉਹ ਕੀ ਕਰਨਾ ਸੀ? ਇੱਥੇ ਵਪਾਰ ਕਰਨਾ ਸੀ। ਉਸ ਕਮਰਸ਼ੀਅਲ ਬੋਡੀ ਨੂੰ ਕੀ ਬਣਾਤਾ? ਇੱਕ ਐਡਮਿਨਿਸਟ੍ਰੇਟਿਵ ਬੋਡੀ ਬਣਾਤਾ ਕਿ ਇਹ ਜਿਹੜੀ ਐਡਮਿਨਿਸਟ੍ਰੇਟਿਵ ਬੋਡੀ ਹੈ ਇਹ ਸਿਰਫ ਕੀ ਦੇਖ ਰਹੀ ਹੈ? ਇਹ ਦੇਖ ਰਹੀ ਹੈ ਕਿ ਜਿੰਨਾ ਵੀ ਏਰੀਆ ਹੈਗਾ ਉਹ ਕਿੰਨਾ ਦਾ ਹੈ? ਬ੍ਰਿਟੇਨ ਵਾਲਿਆਂ ਦਾ। ਬ੍ਰਿਟੇਨ ਦੀ ਹਕੂਮਤ ਹੈ ਉਹ ਸਾਡੇ ਵਜੋਂ ਦੇਖ ਰਹੀ ਹੈ। ਠੀਕ ਹੈ ਜੀ। ਵੀ ਬ੍ਰਿਟੇਨ ਦੀ ਹਕੂਮਤ ਦੀ ਵਜ੍ਹਾ ਤੋਂ ਕੌਣ ਦੇਖ ਰਹੀ ਹੈ? ਈਸਟ ਇੰਡੀਆ ਕੰਪਨੀ ਦੇਖ ਰਹੀ ਹੈ ਉਹਨਾਂ ਦੀ ਜਗ੍ਹਾ ਤੇ। ਕਲੀਅਰ? ਤਾਂ ਯਾਦ ਰੱਖਿਓ ਈਸਟ ਇੰਡੀਆ ਕੰਪਨੀ ਹੁਣ ਇੱਥੇ ਕੀ ਬਣ ਜਾਏਗੀ 1833 ਦੇ ਵਿੱਚ? ਸਿਰਫ ਇੱਕ ਐਡਮਿਨਿਸਟ੍ਰੇਟਿਵ ਬੋਡੀ ਬਣ ਕੇ ਰਹਿ ਜਾਏਗੀ, ਕਿਉਂਕਿ ਕਮਰਸ਼ੀਅਲ ਤਾਂ ਉਹ ਕੁਝ ਕਰ ਹੀ ਨਹੀਂ ਰਹੇ, ਟ੍ਰੇਡ ਤਾਂ ਹੁਣ ਉਹ ਕਰ ਹੀ ਨਹੀਂ ਸਕਦੇ ਕਿਉਂਕਿ ਬਾਕੀ ਵੀ ਤਾਂ ਆਗੇ ਟ੍ਰੇਡ ਕਰਨ। ਕਲੀਅਰ? ਚਲੋ ਜੀ, ਨੈਕਸਟ ਗੱਲ ਕਰਦੇ ਹਾਂ ਆਪਾਂ ਇੱਥੇ ਈਸਟ ਚਾਰਟਰ ਐਕਟ ਆਫ 1833 ਦੇ। ਹੁਣ ਦੇਖੋ ਜੀ, ਇੱਥੇ ਫਿਰ ਕਾਉਂਸਿਲ ਜਿਹੜਾ ਹੈਗਾ ਇਹਨੂੰ ਕੀ ਕੀਤਾ ਗਿਆ? ਇੰਕਰੀਜ਼ ਕੀਤਾ ਗਿਆ। ਹੁਣ ਇੱਥੇ ਕ੍ਰੋਨੋਲੋਜੀ ਜਿਹੜੀ ਆਪਾਂ ਯਾਦ ਰੱਖਣੀ ਹੈ। ਦੇਖੋ ਜੀ, ਸਭ ਤੋਂ ਪਹਿਲਾਂ ਚਾਰਟਰ ਐਕਟ ਆਏਗਾ ਆਪਣਾ 1773 ਦਾ, ਜਿਹਦੇ ਵਿੱਚ ਕੀ ਬਣਾਈ ਜਾਏਗੀ? ਇੱਕ ਐਗਜ਼ੀਕਿਊਟਿਵ ਕਾਉਂਸਿਲ ਬਣਾਈ ਜਾਏਗੀ। ਇਹ ਐਗਜ਼ੀਕਿਊਟਿਵ ਕਾਉਂਸਿਲ ਦੇ ਟੋਟਲ ਮੈਂਬਰ ਹੋਣਗੇ 4। ਤੇ ਇਹ ਚਾਰਾਂ ਦੀ ਵਜ੍ਹਾ ਤੋਂ ਹੀ ਜਿਹੜਾ ਗਵਰਨਰ ਹੋਏਗਾ, ਬੰਗਾਲ ਦਾ ਗਵਰਨਰ ਜਨਰਲ ਹੋਣਗੇ, ਉਹ ਉਹਨਾਂ ਦੀ ਪਾਵਰ ਹੋ ਜਾਏਗੀ ਬਹੁਤ ਜ਼ਿਆਦਾ ਘੱਟ। ਠੀਕ ਹੈ ਜੀ। ਅੱਗੇ ਆਪਾਂ ਦੇਖਦੇ ਹਾਂ ਕਿ ਕੀ ਆਏਗਾ ਆਪਣਾ 1784 ਪਿਟਸ ਇੰਡੀਆ ਐਕਟ ਆਏਗਾ, ਜਿਹਦੇ ਵਿੱਚ ਆਪਾਂ ਦੇਖਾਂਗੇ ਕਿ ਐਗਜ਼ੀਕਿਊਟਿਵ ਕਾਉਂਸਿਲ ਦੀ ਪਾਵਰ ਜਿਹੜੀ ਹੈ ਡਿਕਰੀਜ਼ ਕੀਤੀ ਜਾਏਗੀ, ਇਹਦੇ ਮੈਂਬਰ ਹੋ ਜਾਣਗੇ 3। ਹੁਣ ਫਿਰ ਤੋਂ ਜਿਹੜੇ ਨੇ ਮੈਂਬਰ ਜਿਹੜੇ ਨੇ 1833 ਦੇ ਵਿੱਚ ਕੀ ਕੀਤੇ ਜਾ ਰਹੇ ਨੇ? ਇੰਕਰੀਜ਼ ਕੀਤੇ ਜਾ ਰਹੇ ਨੇ। ਜੇ ਆਪਾਂ ਗੱਲ ਕਰੀਏ ਨਾ ਐਗਜ਼ੀਕਿਊਟਿਵ ਕਾਉਂਸਿਲ 1833 ਦੇ ਵਿੱਚ ਜਿਹੜੇ ਮੈਂਬਰ ਨੇ ਇਹ 4 ਤਾਂ ਕਰਤੇ, ਪਰ ਇਹਨੂੰ ਆਪਾਂ ਲਿਖਦੇ ਕਿ ਹਮੇਸ਼ਾ ਕਿਵੇਂ ਹੁੰਦੇ ਆ? ਇਹਨੂੰ 4 ਨਾ ਲਿਖਿਓ, ਇਹਨੂੰ ਯਾਦ ਰੱਖਿਓ 3+1। 3+1 ਕਿਉਂ ਲਿਖਣਾ ਹੈ? ਇਹਨੂੰ ਜੇ 4 ਲਿਖ ਦਾਂਗੇ ਤਾਂ ਮਤਲਬ ਆਪਾਂ ਨੂੰ ਯਾਦ ਹੋ ਜਾਏਗਾ ਕਿ 4। ਜੇ ਲਿਖਾਂਗੇ 3+1, 3 ਦੇ ਨਾਲ ਇੱਕ ਹੋਰ ਜੁੜਿਆ। ਕਿਉਂ ਜੁੜਿਆ ਇੱਕ ਹੋਰ? ਕਿਉਂਕਿ ਉਹ ਪੂਰਾ ਮੈਂਬਰ ਨਹੀਂ ਸੀ। ਮਤਲਬ ਕਿ ਜਿਹੜਾ ਹੈ ਇੱਥੇ ਇੱਕ ਇੰਕਰੀਜ਼ ਕੀਤਾ ਗਿਆ ਨਾ, ਜਿਹੜਾ ਬੰਦਾ ਇੱਕ ਲਗਾਇਆ ਗਿਆ, ਤਾਂ ਇਹਦੇ ਕੋਲ ਪੂਰੀਆਂ ਪਾਵਰਸ ਨਹੀਂ ਸੀਗੀਆਂ ਐਗਜ਼ੀਕਿਊਟਿਵ ਕਾਉਂਸਿਲ ਦੇ ਮੈਂਬਰ ਵਰਗੀਆਂ। ਇਹਨਾਂ ਕੋਲ ਕੁਝ ਪਾਵਰ ਸੀਗੀਆਂ, ਜਿਵੇਂ ਲੈਜਿਸਲੇਟਿਵ ਪਰਪਸ ਲਈ ਹੀ ਪਾਵਰ ਮਿਲੀ ਕੀ ਸੀਗੀਆਂ, ਬਾਕੀ ਇਹਨਾਂ ਕੋਲ ਫੁੱਲ ਫਲੈਜ ਪਾਵਰਸ ਨਹੀਂ ਸੀਗੀਆਂ। ਠੀਕ ਹੈ ਜੀ। ਪਲੱਸ ਅੱਗੇ ਯਾਦ ਰੱਖਿਓ ਜਿਹੜਾ ਇਹਨਾਂ ਦੇ ਟਾਈਮ ਤੇ ਫਸਟ ਮੈਂਬਰ ਜਿਹੜੇ ਐਡ ਕੀਤੇ ਜਾਣਗੇ, 4th ਮੈਂਬਰ, ਉਹ ਹੋਰ ਕੋਈ ਨਹੀਂ, ਇਹ ਤਾਂ ਸੀਗੇ ਆਪਣੇ ਲਾਰਡ ਮੈਕੌਲੇ। ਇਹ ਉਹੀ ਲਾਰਡ ਮੈਕੌਲੇ ਨੇ ਜਿਹੜੇ ਕੀ ਬਣਾਇਆ ਜਾਏਗਾ? ਇੱਕ ਲਾਅ ਕਮਿਸ਼ਨ ਬਣੇਗਾ, ਜਿਨ੍ਹਾਂ ਦਾ ਕੰਮ ਹੋਏਗਾ ਇੰਡੀਆ 'ਚ ਲਾਜ਼ ਨੂੰ ਕੋਡੀਫਾਈ ਕਰਨਾ। ਠੀਕ ਹੈ ਜੀ। ਇਹ ਉਹਦੇ ਕੀ ਹੋਣਗੇ? ਹੈਡ ਪਰਸਨ ਹੋਣਗੇ, ਚੇਅਰਪਰਸਨ ਹੋਣਗੇ ਪਹਿਲੇ ਲਾਅ ਕਮਿਸ਼ਨ ਆਫ ਇੰਡੀਆ ਦੇ। ਪਲੱਸ ਇਹ ਲਾਰਡ ਮੈਕੌਲੇ ਉਹੀ ਲਾਰਡ ਮੈਕੌਲੇ ਨੇ ਜਿਨ੍ਹਾਂ ਦਾ ਆਪਾਂ ਲਾਰਡ ਮੈਕੌਲੇਜ਼ ਮਿਨਟ ਪੜਾਂਗੇ। ਕਦੋਂ ਪੜਾਂਗੇ? ਐਜੂਕੇਸ਼ਨ ਵਾਲੀ ਵੀਡੀਓ ਦੇ ਵਿੱਚ ਅਲੱਗ ਤੋਂ ਪੜਾਂਗੇ। ਕਲੀਅਰ ਹੈ ਜੀ। ਚਲੋ ਜੀ, ਨੈਕਸਟ ਗੱਲ ਕਰਦੇ ਹਾਂ ਜੀ। ਮੋਸਟ ਇੰਪੋਰਟੈਂਟ ਪੁਆਇੰਟ ਜਿਹੜਾ ਯਾਦ ਰੱਖਣਾ ਹੈ, ਕਿਹੜੇ ਐਕਟ ਦੇ ਨਾਲ? ਕਈ ਵਾਰ ਐਜ਼ ਇਟ ਇਜ਼ ਹੀ ਤੁਹਾਨੂੰ ਪੁੱਛ ਲਿੱਤਾ ਜਾਂਦਾ ਹੈ ਕਿ ਕਿਹੜੇ ਚਾਰਟਰ ਐਕਟ ਦੇ ਨਾਲ ਜਾਂ ਕਿਹੜੇ ਐਕਟ ਦੇ ਨਾਲ ਅਬੋਲਿਸ਼ ਕੀਤੀ ਗਈ ਸੀ ਸਲੇਵਰੀ। ਤਾਂ ਇੰਡੀਆ ਦੇ ਵਿੱਚ ਸਲੇਵਰੀ ਅਬੋਲਿਸ਼ ਕੀਤੀ ਗਈ ਸੀ 1833 ਦੇ ਐਕਟ ਦੇ ਨਾਲ। ਯਾਦ ਰੱਖਿਓ, ਬਹੁਤ ਇੰਪੋਰਟੈਂਟ ਕੁਐਸਚਨ ਹੈ ਪੰਜਾਬ ਸਪੈਸੀਫਿਕਲੀ। ਕਲੀਅਰ ਹੈ ਜੀ। ਚਲੋ ਜੀ, ਨੈਕਸਟ ਗੱਲ ਕਰਦੇ ਹਾਂ। 33 ਹੋ ਗਿਆ ਇੱਥੇ। ਹੁਣ ਜੇ ਆਪਾਂ ਗੱਲ ਕਰਾਂਗੇ 1833 ਤੋਂ ਬਾਅਦ ਅਗਲੇ 20 ਸਾਲ ਦਾ ਉਹਨਾਂ ਨੂੰ ਕੀ ਦਿੱਤਾ ਗਿਆ ਸੀ? ਅਲਾਉ ਕਰਤਾ ਸੀ ਕਿ ਤੁਸੀਂ ਕੀ ਕਰੋ? ਹੁਣ ਇੰਗਲੈਂਡ ਦੀ ਹਕੂਮਤ ਦਾ, ਬ੍ਰਿਟੇਨ ਦੀ ਹਕੂਮਤ ਦਾ ਜਿੰਨਾ ਵੀ ਏਰੀਆ ਹੈ ਉਹਨੂੰ ਐਡਮਿਨਿਸਟਰ ਕਰ ਲਓ, ਕਿਉਂਕਿ ਕਮਰਸ਼ੀਅਲ ਬੋਡੀ ਤਾਂ ਹੁਣ ਤੁਸੀਂ ਰਹੇ ਨਹੀਂ, ਐਡਮਿਨਿਸਟ੍ਰੇਟਿਵ ਬੋਡੀ ਹੋ ਗਏ। ਤਾਂ ਹੁਣ ਅਗਲਾ ਐਕਟ ਆਏਗਾ ਕਦੋਂ? ਆਪਣਾ 1853 'ਚ, ਅਗਲੇ 20 ਸਾਲ ਤੋਂ ਬਾਅਦ। ਹੁਣ ਇਸ 20 ਸਾਲ ਤੋਂ ਬਾਅਦ ਹੋ ਕੀ ਰਿਹਾ? 1853 ਤੇ ਇਸ ਤੋਂ ਬਾਅਦ ਹੀ ਆਪਾਂ ਦੇਖਾਂਗੇ 1857। ਕਿਤੇ ਨਾ ਕਿਤੇ 1773 ਤੋਂ ਇੱਕ ਪ੍ਰੋਸੈਸ ਸ਼ੁਰੂ ਹੋਇਆ ਜਿਹਨੂੰ ਆਪਾਂ ਕਹਿ ਰਹੇ ਹਾਂ ਕਿ ਪਾਵਰ ਜਿਹੜੀ ਹੈ ਉਹ ਕਿੱਥੋਂ ਦੀ ਆ ਰਹੀ ਹੈ? ਈਸਟ ਇੰਡੀਆ ਕੰਪਨੀ ਤੋਂ ਪਾਵਰ ਜਿਹੜੀ ਹੈ ਬ੍ਰਿਟੇਨ ਦੀ ਹਕੂਮਤ ਆਪਣੇ ਵੱਲ ਖਿੱਚ ਰਹੀ ਹੈ। ਬ੍ਰਿਟੇਨ ਦੀ ਹਕੂਮਤ ਹੁਣ ਕਿਸੇ ਨਾ ਕਿਸੇ ਬਹਾਨੇ ਕੀ ਚਾਹੁੰਦੀ ਹੈ ਕਿ ਈਸਟ ਇੰਡੀਆ ਕੰਪਨੀ ਤੋਂ ਸਾਰੀ ਤਾਕਤ ਜਿਹੜੀ ਹੈ ਉਹ ਆਪਣੇ ਕੋਲ ਲੈ ਲਿੱਤੀ ਜਾਏ। ਤਾਂ ਉਹਨਾਂ ਨੂੰ ਬਹਾਨਾ ਕੀ ਮਿਲਣਾ? ਉਹਨਾਂ ਨੂੰ ਬਹਾਨਾ ਮਿਲੇਗਾ 1857 ਦਾ ਰਿਵੋਲਟ। ਠੀਕ ਹੈ ਜੀ। 1857 ਦਾ ਰਿਵੋਲਟ ਉਹਨਾਂ ਨੂੰ ਬਹਾਨਾ ਮਿਲੇਗਾ। ਪਲੱਸ ਇਸ ਤੋਂ ਪਹਿਲਾਂ ਕਿ ਆਪਾਂ ਨੂੰ ਦਿਖ ਰਿਹਾ ਕਿ ਇਹ ਕੁਝ ਹੋਏਗਾ, ਬਿਲਕੁਲ ਦਿਖ ਰਿਹਾ ਕਿ ਈਸਟ ਇੰਡੀਆ ਕੰਪਨੀ ਤੋਂ ਜੇ ਰਿਵੋਲਟ ਨਾ ਵੀ ਹੁੰਦਾ ਤਾਂ ਅਗਲੇ ਹੋ ਸਕਦਾ 10 ਸਾਲ 15 ਸਾਲਾਂ ਨੂੰ ਬ੍ਰਿਟੇਨ ਦੀ ਹਕੂਮਤ ਸਾਰੀ ਤਾਕਤ ਲੈ ਲੈਂਦੀ। ਕਿਵੇਂ? ਦੇਖੋ ਜੀ, ਬਾਕੀ ਜਿੰਨੇ ਵੀ ਚਾਰਟਰ ਐਕਟ ਹੋਏ ਸੀ ਉਹਨਾਂ ਦੇ ਵਿੱਚ
ਉਹਨਾਂ ਨੂੰ ਅਗਲੇ 20 ਸਾਲ ਦੀ ਕੀ ਦਿੱਤੀ ਜਾਂਦੀ ਸੀ, ਲਿਮਿਟ ਦਿੱਤੀ ਜਾਂਦੀ ਸੀ ਕਿ ਤੁਸੀਂ ਅਗਲੇ 20 ਸਾਲ ਕੀ ਕਰ ਲਓ, ਇੰਡੀਆ 'ਚ ਹਕੂਮਤ ਕਰ ਲਓ। ਪਰ 1853 ਦੇ ਐਕਟ ਦੇ ਵਿੱਚ ਕੋਈ ਲਿਮਿਟ ਨਹੀਂ ਲਿਖੀ। ਉਹਨਾਂ ਨੇ ਨਹੀਂ ਲਿਖ ਕੇ ਦਿੱਤਾ ਕਿ ਈਸਟ ਇੰਡੀਆ ਕੰਪਨੀ ਅਗਲੇ 20 ਸਾਲ ਲਈ, ਅਗਲੇ 10 ਸਾਲ ਲਈ ਇੰਡੀਆ ਦੇ ਉੱਪਰ ਰੂਲ ਕਰੇਗੀ। ਨਹੀਂ, ਉਹਨਾਂ ਨੇ ਕਿਹਾ ਕਿ ਜੀ ਜਦੋਂ ਤੱਕ ਸਾਡਾ ਜੀ ਹੈ ਤੁਸੀਂ ਕਰ ਲਓ, ਪਰ ਅਸੀਂ ਕੋਈ ਟਾਈਮ ਨਹੀਂ ਦਿੰਦੇ। ਮਤਲਬ ਕਿ ਕਿਤੇ ਨਾ ਕਿਤੇ ਬ੍ਰਿਟੇਨ ਦੀ ਹਕੂਮਤ ਜਿਹੜੀ ਸੀ ਉਹਨਾਂ ਨੇ ਆਪਣਾ ਮਨ ਬਣਾ ਰੱਖਿਆ ਸੀ ਕਿ ਹੁਣ ਈਸਟ ਇੰਡੀਆ ਕੰਪਨੀ ਦਾ ਐਂਡ ਅਸੀਂ ਕਰ ਹੀ ਦੇਣਾ। ਕਲੀਅਰ? ਤਾਂ ਉਹੀ ਸੇਮ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲੇਗੀ ਕਿ ਉਹ ਅੱਗੇ ਜਾ ਕੇ 1857 ਦਾ ਰਿਵੋਲਟ ਹੋ ਜਾਏਗਾ ਤੇ ਜਿਹੜਾ ਉਹਨਾਂ ਨੂੰ ਕੀ ਮਿਲ ਜਾਣਾ, ਇੱਕ ਬਹਾਨਾ ਮਿਲ ਜਾਏਗਾ। ਕਲੀਅਰ ਹੈ ਜੀ? ਚਲੋ ਜੀ ਨੈਕਸਟ ਗੱਲ ਕਰਦੇ 1853 ਦੇ ਐਕਟ ਦੀ। ਹੋਰ ਦੇਖੋ ਜੀ, ਇੱਥੇ ਜਿਹੜੇ 4th ਮੈਂਬਰ ਸੀਗੇ ਪਿਛਲੇ ਐਕਟ ਦੀ ਗੱਲ ਕਰਾਂਗੇ 1833 ਵਿੱਚ ਬਣਾਏ ਗਏ ਸੀ, ਉਹਨਾਂ ਨੂੰ ਇਕੁਅਲ ਸਟੇਟਸ ਦੇ ਦਿੱਤਾ ਗਿਆ ਬਾਕੀ ਮੈਂਬਰਸ ਦੇ ਵਜੋਂ। ਠੀਕ ਹੈ ਜੀ। ਪਲੱਸ ਇੱਥੇ ਜੇ ਗੱਲ ਕਰਾਂਗੇ ਇੱਕ ਇੰਡੀਅਨ ਕਾਉਂਸਿਲ ਬਣਾਈ ਗਈ, ਇੰਡੀਅਨ ਲੈਜਿਸਲੇਟਿਵ ਕਾਉਂਸਿਲ। ਇਹ ਹੈ ਕਿ ਸੀ ਟੋਟਲ ਮੈਂਬਰ ਸੀਗੇ ਇਹਦੇ ਜਿਹੜੇ ਸੀਗੇ 12। ਇਹਨੂੰ ਆਪਾਂ ਕਹਿੰਦੇ ਕੀ ਆ, ਦੇਖੋ ਜੀ ਹੁਣ ਸਿੰਪਲ ਹੈ, ਇਹਨੂੰ ਥੋੜਾ ਜਿਹਾ ਈਜ਼ੀ ਵੇ ਨਾਲ ਕਰਦੇ ਹਾਂ। 1833 ਦੀ ਗੱਲ ਕਰਦੇ ਹਾਂ ਜੇ 1833 ਦੇ ਵਿੱਚ ਆਪਾਂ ਗੱਲ ਕਰਾਂਗੇ ਤਾਂ ਇੱਕ ਤਾਂ ਸੀਗੇ ਆਪਣੇ ਗਵਰਨਰ ਜਨਰਲ ਆਫ ਇੰਡੀਆ। ਠੀਕ ਹੈ ਜੀ, ਇੱਕ ਸੀ ਆਪਣੇ ਗਵਰਨਰ ਜਨਰਲ ਆਫ ਇੰਡੀਆ, ਪਲੱਸ ਉਹਨਾਂ ਦੀ ਕੀ ਸੀਗੀ ਇੱਕ ਐਗਜ਼ੀਕਿਊਟਿਵ ਕਾਉਂਸਿਲ ਸੀ ਜਿਹਦੇ ਵਿੱਚ ਮੈਂਬਰ ਸੀ ਕਿੰਨੇ, 4 ਮੈਂਬਰ ਸੀ। ਠੀਕ ਹੈ ਜੀ, ਆ ਹੋ ਗਏ ਤੁਹਾਡੇ 4 ਮੈਂਬਰ। ਪਲੱਸ ਹੋਰ ਕੋਈ ਸੀ ਇੱਥੇ ਤਾਂ ਬਿਲਕੁਲ ਸੀ ਇੱਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਮਾਂਡਰ ਇਨ ਚੀਫ। ਠੀਕ ਹੈ ਜੀ, ਹੁਣ ਇਹ ਕਮਾਂਡਰ ਇਨ ਚੀਫ, ਗਵਰਨਰ ਜਨਰਲ ਆਫ ਇੰਡੀਆ ਤੇ ਐਗਜ਼ੀਕਿਊਟਿਵ ਕਾਉਂਸਿਲ ਟੋਟਲ ਜਾਣੇ ਕਿੰਨੇ ਹੋ ਗਏ, ਇਹ ਟੋਟਲ ਹੋ ਗਏ ਜੀ ਆਪਣੇ 6 ਮੈਂਬਰ ਹੋ ਗਏ। ਹੁਣ ਇਹ 6 ਮੈਂਬਰ ਜਿਹੜੇ ਨੇ ਕਰ ਕੀ ਰਹੇ ਸੀ, ਇਹ 6 ਮੈਂਬਰਸ ਦੀ ਜੇ ਗੱਲ ਕਰੀਏ ਤਾਂ ਇਹ ਸੀਗੇ ਐਗਜ਼ੀਕਿਊਟ ਕਰਨ ਵਾਲੀ। ਠੀਕ ਹੈ ਜੀ, ਇਹ ਸੀ ਐਗਜ਼ੀਕਿਊਟਿਵ ਪਾਵਰ ਸੀ ਇਹਨਾਂ ਕੋਲ ਐਗਜ਼ੀਕਿਊਟਿਵ ਪਾਵਰ ਤੋਂ ਇਲਾਵਾ ਹੋਰ ਕੀ ਸੀ, ਤਾਂ ਇਹਨਾਂ ਕੋਲ ਐਗਜ਼ੀਕਿਊਟਿਵ ਪਾਵਰ ਤੋਂ ਇਲਾਵਾ ਜੇ ਗੱਲ ਕਰਾਂਗੇ ਤਾਂ ਗਵਰਨਰ ਜਨਰਲ ਤੇ ਨੀਚੇ ਐਗਜ਼ੀਕਿਊਟਿਵ ਕਾਉਂਸਿਲ ਕੋਲ ਇੱਕ ਅਲੱਗ ਤੋਂ ਪਾਵਰ ਸੀ ਜਿਹਨੂੰ ਆਪਾਂ ਕਹਿੰਦੇ ਆ ਲੈਜਿਸਲੇਟਿਵ ਪਾਵਰ। ਠੀਕ ਹੈ ਜੀ, ਕੋਈ ਵੀ ਬਿੱਲ ਆਉਂਦਾ ਸੀ ਤਾਂ ਇਹਨਾਂ ਨੇ ਐਗਜ਼ੀਕਿਊਟਿਵ ਨੂੰ ਹੀ ਕਰਾਉਣਾ ਸੀ, ਇਹ ਲੈਜਿਸਲੇਸ਼ਨ ਵੀ ਉੱਤੇ ਹੀ ਕਰਦੇ ਸੀ। ਹਾਂਜੀ ਇਹ ਪਾਸ ਕਰਨਾ ਨਹੀਂ ਕਰਨਾ, ਕਿਹੜਾ ਬਿੱਲ ਆਉਣਾ ਕਿਹੜਾ ਨਹੀਂ ਆਉਣਾ, ਗਵਰਨਰ ਜਨਰਲ ਤੇ ਉਹਨਾਂ ਦੀ ਕਾਉਂਸਿਲ ਕਰ ਰਹੀ ਸੀ। ਕਲੀਅਰ? ਤਾਂ ਮਤਲਬ ਕਿ 1853 ਦਾ ਐਕਟ ਜਿਹੜਾ ਕੀ ਕਰੇਗਾ, ਇਹ ਕੁਝ ਨਹੀਂ ਕਰੇਗਾ, ਇਹਨਾਂ ਦੀ ਪਾਵਰਸ ਨੂੰ ਡਿਵਾਈਡ ਕਰ ਦੇਗਾ। ਪਾਵਰ ਨੂੰ ਡਿਵਾਈਡ ਕਿਵੇਂ ਕੀਤਾ ਜਾਏਗਾ, 2 ਪਾਵਰਸ ਕਰ ਦਿੱਤੇ ਜਾਣਗੀਆਂ ਕਿ ਇੱਕ ਤਾਂ ਹੋਣਗੀਆਂ ਜੀ ਐਗਜ਼ੀਕਿਊਟਿਵ ਪਾਵਰਸ, ਇੱਕ ਹੋਣਗੀਆਂ ਲੈਜਿਸਲੇਟਿਵ ਪਾਵਰਸ। ਜਿਹੜੇ ਪਹਿਲਾਂ ਦੇ ਮੈਂਬਰਸ ਨੇ 6 ਮੈਂਬਰਸ, ਇਹਨਾਂ ਨੂੰ ਕਿਹਾ ਜਾਏਗਾ ਕਿ ਤੁਹਾਡਾ ਕੰਮ ਸਿਰਫ ਹੁਣ ਐਗਜ਼ੀਕਿਊਟ ਕਰਨਾ ਹੈ, ਤੁਹਾਡਾ ਕੰਮ ਜਿਹੜਾ ਹੈ ਲੈਜਿਸਲੇਟ ਕਰਨ ਵਾਲਾ ਨਹੀਂ ਹੈਗਾ। ਕਲੀਅਰ? ਜਿਹੜੇ ਆਪਾਂ ਗੱਲ ਕਰਾਂਗੇ ਇੱਧਰ ਗਵਰਨਰ ਜਨਰਲ ਹੋਣਗੇ ਆਪਣੇ ਗਵਰਨਰ ਜਨਰਲ ਆਫ ਇੰਡੀਆ, ਉਹਨਾਂ ਤੋਂ ਇਲਾਵਾ ਉਹਨਾਂ ਦੀ ਕੀ ਹੋਏਗੀ ਇੱਥੇ ਇੱਕ ਕਾਉਂਸਿਲ ਹੋਏਗੀ 4 ਮੈਂਬਰਸ ਦੀ ਪਲੱਸ ਕਮਾਂਡਰ ਇਨ ਚੀਫ। ਤਾਂ ਇਹਨਾਂ ਨੂੰ ਕਿਹਾ ਜਾਏਗਾ ਕਿ ਤੁਸੀਂ ਕੀ ਕਰਨਾ ਹੈ, ਅੱਜ ਤੋਂ ਬਾਅਦ ਸਿਰਫ ਐਗਜ਼ੀਕਿਊਟ ਕਰਨਾ ਹੈ। ਫਿਰ ਕੁਐਸਚਨ ਬਣੇਗਾ ਕਿ ਲੈਜਿਸਲੇਟ ਕਰਨਗੇ, ਲੈਜਿਸਲੇਟ ਕੌਣ ਕਰੇਗਾ, ਬਿੱਲ ਆਣਗੇ ਕਿੱਥੇ, ਪਾਸ ਕਿੱਥੇ ਹੋਣਗੇ, ਤਾਂ ਉਹਦੇ ਲਈ ਬਣਾਈ ਜਾਏਗੀ ਇੱਕ ਇੰਡੀਅਨ ਲੈਜਿਸਲੇਟਿਵ ਕਾਉਂਸਿਲ ਬਣਾਈ ਜਾਏਗੀ। ਠੀਕ ਹੈ ਜੀ, ਯਾਦ ਰੱਖਿਓ ਇੰਡੀਅਨ ਲੈਜਿਸਲੇਟਿਵ ਕਾਉਂਸਿਲ ਬਣਾਈ ਜਾਏਗੀ। ਤੇ ਜਿਹੜੀ ਲੈਜਿਸਲੇਟਿਵ ਕਾਉਂਸਿਲ ਹੋਏਗੀ ਇਹਦੇ ਵੀ ਮੈਂਬਰ ਕਿੰਨੇ ਹੋਣਗੇ, 6 ਹੀ ਮੈਂਬਰ ਹੋਣਗੇ। ਠੀਕ ਹੈ ਜੀ, ਇਹ ਜਿਹੜੇ 6 ਮੈਂਬਰ ਹੋਣਗੇ ਆਣਗੇ ਕਿੱਥੋਂ ਦੀ, ਚੀਫ ਜਸਟਿਸ ਹੋਏਗਾ ਸੁਪਰੀਮ ਕੋਰਟ ਕਲਕੱਤਾ ਦੇ। ਠੀਕ ਹੈ ਜੀ, ਇੱਕ ਜੱਜ ਹੋਰ ਹੋਣਗੇ ਸੁਪਰੀਮ ਕੋਰਟ ਦੇ ਜਿਹੜੇ ਕਲਕੱਤਾ 'ਚ ਬਣੇਗਾ। ਉਸ ਤੋਂ ਇਲਾਵਾ ਇੱਕ ਮੈਂਬਰ ਆਏਗਾ ਜੀ ਤੁਹਾਡੇ ਬੰਬੇ ਤੋਂ, ਇੱਕ ਮੈਂਬਰ ਚੂਜ਼ ਕੀਤਾ ਜਾਏਗਾ ਮਦਰਾਸ ਤੋਂ, ਇੱਕ ਮੈਂਬਰ ਚੂਜ਼ ਕੀਤਾ ਜਾਏਗਾ ਆਗਰਾ ਤੋਂ ਤੇ ਇੱਕ ਮੈਂਬਰ ਕਿਤੋਂ ਚੂਜ਼ ਕੀਤਾ ਜਾਏਗਾ, ਬੰਗਾਲ ਤੋਂ। ਠੀਕ ਹੈ ਜੀ, ਐਵੇਂ ਕਰਕੇ 6 ਮੈਂਬਰ ਇੱਧਰ ਹੋਣਗੇ ਜਿਨ੍ਹਾਂ ਦਾ ਕੰਮ ਹੋਏਗਾ ਸਿਰਫ ਲੈਜਿਸਲੇਸ਼ਨ ਕਰਨਾ, ਬਿਲਸ ਲੈ ਕੇ ਆਉਣਾ, ਉਹਨਾਂ ਦੇ ਉੱਪਰ ਯੈਸ ਨੋ ਕਰਕੇ ਬਿੱਲ ਪਾਸ ਕਰਨੇ। ਪਰ ਇਹ ਬਿੱਲ ਦੀ ਇੱਕ ਚੀਜ਼ ਧਿਆਨ ਰੱਖਿਓ, ਜਿਹੜਾ ਵੀ ਇੱਥੇ ਬਿੱਲ ਪਾਸ ਹੋਏਗਾ ਨਾ ਉਹਦੀ ਫਾਈਨਲ ਯੈਸ ਜਿਹੜੀ ਹੋਏਗੀ ਕਿ ਇਹ ਬਿੱਲ ਪਾਸ ਕਰਨਾ ਹੈ ਜਾਂ ਨਹੀਂ ਕਰਨਾ, ਇਹਦੀ ਫਾਈਨਲ ਯੈਸ ਜਿਹੜੀ ਹੈ ਬ੍ਰਿਟੇਨ ਦੀ ਹਕੂਮਤ ਕਰਕੇ ਦਿੰਦੀ ਸੀ। ਤਾਂ ਮਤਲਬ ਕਿ ਜੇ ਲੰਡਨ ਤੋਂ ਯੈਸ ਹੋਏਗੀ ਨਾ ਤਾਂ ਇਹ ਬਿੱਲ ਇੱਥੇ ਇੰਡੀਆ 'ਚ ਪਾਸ ਹੋਏਗਾ, ਤਾਂ ਇਹ ਜਿਹੜੀ ਐਗਜ਼ੀਕਿਊਟਿਵ ਕਾਉਂਸਿਲ ਹੈ ਉਹਨੂੰ ਐਗਜ਼ੀਕਿਊਟ ਕਰੇਗੀ ਇੰਡੀਆ ਦੇ ਅਲੱਗ-ਅਲੱਗ ਹਿੱਸਿਆਂ 'ਚ। ਠੀਕ ਹੈ ਜੀ, ਤਾਂ ਇੱਥੇ ਹੀ ਤੁਹਾਡਾ ਫਿਰ ਪੁਆਇੰਟ ਜਿਹੜਾ ਹੈ ਕਲੀਅਰ ਹੋਣਾ ਚਾਹੀਦਾ ਹੈ ਕਿ ਇੰਡੀਆ ਨੂੰ ਕੀ ਸਿਰਫ ਈਸਟ ਇੰਡੀਆ ਕੰਪਨੀ ਨੇ ਹੀ ਆਪਣੇ ਆਪਾਂ ਕਹਿ ਸਕਦੇ ਹਾਂ ਕਿ ਗੁਲਾਮ ਬਣਾਇਆ ਇੰਡੀਆ ਨੂੰ, ਨਹੀਂ, ਇਹਦੇ ਵਿੱਚ ਕਿਤੇ ਨਾ ਕਿਤੇ ਬ੍ਰਿਟੇਨ ਦੀ ਹਕੂਮਤ ਦਾ ਵੀ ਹੱਥ ਸੀ। ਕਲੀਅਰ? ਚਲੋ ਜੀ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ 1853 ਦੀ, ਤਾਂ ਯਾਦ ਰੱਖਿਓ ਇੱਥੇ ਸਿਵਲ ਸਰਵਿਸਿਜ਼ ਜਿਹੜਾ ਸੀਗਾ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਸਿਵਲ ਸਰਵੈਂਟਸ ਵਾਲਾ ਉਹਨੂੰ ਕੀ ਕਰ ਦਿੱਤਾ ਗਿਆ ਸੀ, ਓਪਨ ਕਰ ਦਿੱਤਾ ਗਿਆ ਸੀਗਾ। ਠੀਕ ਹੈ ਜੀ, ਹੁਣ ਮਤਲਬ ਕਿ ਕੋਈ ਵੀ ਪੇਪਰ ਦੇ ਸਕਦਾ ਸੀ। ਤਾਂ ਯਾਦ ਰੱਖਿਓ ਕਿਹੜੇ ਐਕਟ ਦੇ ਵਿੱਚ ਕੀਤਾ ਜਾਏਗਾ, 1853 ਦੇ ਐਕਟ ਕੀਤਾ ਜਾਏਗਾ। ਤੇ ਪਹਿਲੇ ਇੰਡੀਅਨ ਜਿਹੜੇ ਸਿਵਲ ਸਰਵਿਸਿਜ਼ ਕਰੈਕਟ ਕਰਨਗੇ ਉਹਦਾ ਆਨਸਰ ਤੁਸੀਂ ਕਮੈਂਟ 'ਚ ਕਰਨਾ ਹੈ। ਕਲੀਅਰ ਹੈ ਜੀ? ਚਲੋ ਜੀ ਨੈਕਸਟ ਗੱਲ ਕਰਦੇ ਹਾਂ ਜੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰਾਂਗੇ ਆਪਣੇ 1853 ਦੇ ਐਕਟ ਦੀ, ਤਾਂ ਆਪਾਂ ਇੱਥੇ ਦੇਖ ਚੁੱਕੇ ਹਾਂ ਕਿ ਜਿਹੜਾ ਇੱਥੇ ਐਕਟ ਹੈ ਇਸ ਦੇ ਵਿੱਚ ਕੋਈ ਵੀ ਇਹਨਾਂ ਨੇ ਕੀ ਨਹੀਂ ਦਿੱਤਾ, ਟਾਈਮ ਪੀਰੀਅਡ ਨਹੀਂ ਦਿੱਤਾ ਕਿ ਅਗਲੇ 20 ਸਾਲ ਲਈ ਤੁਸੀਂ ਸਾਡੇ ਲਈ ਕਰ ਲਓ, ਐਡਮਿਨਿਸਟ੍ਰੇਸ਼ਨ ਕਰ ਲਓ, ਨਹੀਂ, ਕੋਈ ਟਾਈਮ ਨਹੀਂ ਜਦੋਂ ਦਿੱਤਾ। ਤਾਂ ਇੱਕ ਚੀਜ਼ ਤਾਂ ਕਲੀਅਰ ਸੀ ਕਿ ਬ੍ਰਿਟੇਨ ਦੀ ਹਕੂਮਤ ਜਿਹੜਾ ਆਪਣਾ ਮਨ ਬਣਾ ਚੁੱਕੀ ਹੈ ਕਿ ਈਸਟ ਇੰਡੀਆ ਕੰਪਨੀ ਤੋਂ ਜਿਹੜੀ ਹੈ ਪਾਵਰ ਹੁਣ ਡਾਇਰੈਕਟ ਅਸੀਂ ਕੰਟਰੋਲ 'ਚ ਲੈਣੀ ਹੈ। ਤਾਂ ਉਹੀ ਚੀਜ਼ ਆਪਾਂ ਦੇਖਾਂਗੇ ਕਿ ਇੱਥੇ 1857 ਦਾ ਜਦੋਂ ਰਿਵੋਲਟ ਹੋ ਜਾਏਗਾ ਤਾਂ 1857 ਦੇ ਰਿਵੋਲਟ
ਦੇ ਕਾਰਨ ਤੋਂ ਹੀ ਈਸਟ ਇੰਡੀਆ ਕੰਪਨੀ ਤੋਂ ਸਾਰੀ ਦੀ ਸਾਰੀ ਜਿਹੜੀ ਤਾਕਤ ਹੈ ਉਹ ਕਿਹਦੇ ਕੋਲ ਆ ਜਾਏਗੀ, ਕਰਾਊਨ ਕੋਲ ਆ ਜਾਏਗੀ। मतलब कि हुण जिहड़ा आपां 1857 तो अगे पढ़ांगे तो ये सारा का सारा आपां की पढ़ांगे, क्राउन रूल पढ़ांगे। ठीक है जी, ये तुहाडा एक्ट आएगा गवर्नमेंट बैटर गवर्नमेंट वाला 1858 दे विच। वो आपां 1857 तो बाद जिहड़ी भी हिस्टरी होएगी वो पढ़ांगे, उहदे विच डिस्कस करांगे। आपां जे सिर्फ 1857 तक दा रिवोल्ट कीता सी तां आपां 1857 तक दा जो भी कॉन्स्टिट्यूशनल डेवलपमेंट हुई वो डिस्कस कीतियां। क्लीयर है जी। ਹੁਣ ਨੈਕਸਟ ਲੈਕਚਰ 'ਚੋਂ ਆਪਾਂ ਸ਼ੁਰੂ ਕਰਦੇ ਹਾਂ 1857 ਤੋਂ ਅੱਗੇ ਕਿਵੇਂ ਜਿਹੜੀ ਤਾਕਤ ਹੈ ਉਹ ਹੁਣ ਕੁਈਨ ਤੋਂ ਜਿਹੜੇ ਕਰਾਊਨ ਰੂਲ ਹੈਗੀ ਹੈ ਉੱਥੋਂ ਦੀ ਕਿਹਦੇ ਕੋਲ ਆਣੀ ਸ਼ੁਰੂ ਹੋਏਗੀ। ਹੁਣ ਪਾਵਰ ਜਿਹੜੀ ਹੈ ਸਾਡੇ ਕੋਲ ਆਣੀ ਸ਼ੁਰੂ ਹੋਏਗੀ। ਅਸੀਂ ਤਾਕਤ ਜਿਹੜੀ ਹੈ ਈਸਟ ਇੰਡੀਆ ਕੰਪਨੀ ਤੋਂ ਨਹੀਂ ਸੀ ਲਈ, ਅਸੀਂ ਕਰਾਊਨ ਤੋਂ ਪਾਵਰ ਲਈ ਹੈ। ਠੀਕ ਹੈ ਜੀ, ਕਰਾਊਨ ਨੇ ਪਾਵਰ ਈਸਟ ਇੰਡੀਆ ਕੰਪਨੀ ਤੋਂ ਲਈ। ਹੁਣ ਤਾਕਤ ਜਿਹੜੀ ਹੈ ਇੰਡੀਆ ਦੇ ਹੱਥ ਆਣੀ ਸ਼ੁਰੂ ਹੋਏਗੀ। ਕਦੋਂ ਤੋਂ? 1857 ਤੋਂ ਬਾਅਦ। ਠੀਕ ਹੈ ਜੀ, 1857 ਤੋਂ ਬਾਅਦ। ठीक है जी, मिलते हैं जी फिर नैक्सट क्लास दे विच अगे डिस्कस करते हैं 1857 तो बाद वाला। थैंक यू वेरी मच।